हाँ जी, ईटीटी ਦੀ ਆਪਣੀ ਇਹ 7 ਕਲਾਸ ਅੱਜ ਸਾਇੰਸ ਸਬਜੈਕਟ ਦੀ। ਤੇ ਇਸ ਤੋਂ ਪਹਿਲਾਂ ਆਪਣੀਆਂ 6 ਕਲਾਸਾਂ ਹੋ ਚੁੱਕੀਆਂ ਹਨ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਉਹ ਜ਼ਰੂਰ ਦੇਖ ਲਓ। ਜੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਉਸ ਦੀ ਲਿਸਟ ਤੁਹਾਡੇ ਸਾਹਮਣੇ ਆ ਜਾਵੇਗੀ। ਨਹੀਂ ਤਾਂ ਤੁਸੀਂ ਉਹ ਵੀਡੀਓ ਜੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਅਤੇ ਬਾਕੀ ਮੈਂ ਡਿਸਕ੍ਰਿਪਸ਼ਨ ਵਿੱਚ ਉਹਨਾਂ ਵੀਡੀਓ ਦਾ ਲਿੰਕ ਦੇ ਦੂੰਗਾ ਜੀ, ਡਿਸਕ੍ਰਿਪਸ਼ਨ ਵਿੱਚ ਤੁਸੀਂ ਦੇਖ ਸਕਦੇ ਹੋ। ਸ਼ੁਰੂ ਕਰਦੇ ਹਾਂ ਜੀ 7th ਕਲਾਸ। ਪਿਛਲੀ ਕਲਾਸ ਵਿੱਚ ਆਪਾਂ ਜੀ 6th ਕਲਾਸ ਵਿੱਚ ਕੀਤਾ ਸੀ ਵਿਗਿਆਨੀਆਂ ਦੀ ਸ਼ਖਸੀਅਤ ਦੇ ਗੁਣ, ਲੱਛਣ ਅਤੇ ਵਿਸ਼ੇਸ਼ਤਾਵਾਂ ਵਿਗਿਆਨੀ ਕਿਹੋ ਜਿਹੇ ਲੱਗਦੇ ਹਨ। ਅੱਜ ਦੀ ਕਲਾਸ ਵਿੱਚ ਆਪਾਂ ਕਰਾਂਗੇ ਪ੍ਰਸਿੱਧ ਵਿਗਿਆਨਿਕਾਂ ਦਾ ਸੰਖੇਪ ਜੀਵਨ ਇਤਿਹਾਸ ਅਤੇ ਯੋਗਦਾਨ। CV ਰਮਨ, JC ਬੋਸ, ਬਿਮਲਾ ਬੁੱਟੀ, ਐਲਬਰਟ ਆਈਨਸਟਾਈਨ, ਮੈਰੀ ਕਿਊਰੀ। 5 ਵਿਗਿਆਨੀ ਤੁਹਾਡੇ ਸਿਲੇਬਸ ਵਿੱਚ ਆਈ। ਇਹਨਾਂ 'ਚ ਕੋਈ ਵੀ ਪ੍ਰਸ਼ਨ 10 ਨੰਬਰ 'ਚ ਆ ਸਕਦਾ। CV ਰਮਨ, JC ਬੋਸ, ਬਿਮਲਾ ਬੁੱਟੀ, ਐਲਬਰਟ ਆਈਨਸਟਾਈਨ, ਮੈਰੀ ਕਿਊਰੀ, ਕਿਸੇ ਵੀ ਬਾਰੇ ਉਹ ਪੁੱਛ ਸਕਦੇ ਹਨ ਅਤੇ ਤੁਹਾਨੂੰ 10 ਨੰਬਰ ਦਾ ਇਹ ਕੁਐਸਚਨ ਆ ਸਕਦਾ ਜੀ। ਸ਼ੁਰੂ ਕਰਦੇ ਹਾਂ। ਪ੍ਰਸਿੱਧ ਵਿਗਿਆਨਿਕਾਂ ਦਾ ਸੰਖੇਪ ਜੀਵਨ ਇਤਿਹਾਸ ਅਤੇ ਯੋਗਦਾਨ। CV ਰਮਨ, JC ਬੋਸ, ਬਿਮਲਾ ਬੁੱਟੀ, ਐਲਬਰਟ ਆਈਨਸਟਾਈਨ, ਮੈਰੀ ਕਿਊਰੀ। ਪਹਿਲਾਂ ਆਪਾਂ ਪੜ੍ਹਦੇ ਹਾਂ CV ਰਮਨ ਬਾਰੇ। CV ਰਮਨ ਦਾ ਜਨਮ 7 ਨਵੰਬਰ 1888 ਨੂੰ ਤਾਮਿਲਨਾਡੂ ਵਿੱਚ ਤ੍ਰਿਚਨਾਪੱਲੀ ਦੇ ਨੇੜੇ ਇੱਕ ਪਿੰਡ ਅਨੀਪਟਾਏ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਰਮਨ ਦਾ ਪਿਤਾ ਚੰਦਰ ਸ਼ੇਖਰ ਆਪਣੇ ਖਾਨਦਾਨ ਦਾ ਪਹਿਲਾ ਵਿਅਕਤੀ ਸੀ ਜਿਹੜਾ ਪੜ੍ਹ ਲਿਖ ਕੇ ਪਹਿਲਾਂ ਸਕੂਲ ਅਧਿਆਪਕ ਅਤੇ ਫਿਰ ਭੌਤਿਕ ਵਿਗਿਆਨ ਦਾ ਲੈਕਚਰਾਰ ਬਣਿਆ। ਰਮਨ ਦੀ ਮਾਤਾ ਪਾਰਵਤੀ ਧਾਰਮਿਕ ਖਿਆਲਾਂ ਵਾਲੀ ਔਰਤ ਸੀ। ਰਮਨ ਛੋਟੇ ਹੁੰਦੇ ਤੋਂ ਹੀ ਅਸਾਧਾਰਨ ਦਿਮਾਗੀ ਸਮਰੱਥਾ ਦਾ ਮਾਲਕ ਸੀ। ਉਸਨੇ ਆਪਣੇ ਜੀਵਨ ਦੀ ਹਰ ਪ੍ਰੀਖਿਆ ਪਹਿਲੇ ਸਥਾਨ 'ਤੇ ਰਹਿ ਕੇ ਪਾਸ ਕੀਤੀ। ਸੰਨ 1900 ਵਿੱਚ ਉਸਨੇ ਸਿਰਫ 12 ਸਾਲ ਦੀ ਉਮਰ ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। 1904 ਵਿੱਚ ਉਸਨੇ ਮਦਰਾਸ ਕਾਲਜ ਤੋਂ BA ਦੀ ਪ੍ਰੀਖਿਆ ਪਾਸ ਕੀਤੀ, ਗੋਲਡ ਮੈਡਲ ਹਾਸਲ ਕੀਤਾ। 1907 ਵਿੱਚ ਰਮਨ ਨੇ MSc ਫਿਜ਼ਿਕਸ ਮਦਰਾਸ ਯੂਨੀਵਰਸਿਟੀ ਤੋਂ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ। ਮਦਰਾਸ ਯੂਨੀਵਰਸਿਟੀ ਵਿੱਚ ਕਿਸੇ ਵਿਦਿਆਰਥੀ ਦੀ ਇਹ ਪਹਿਲੀ ਫਸਟ ਡਿਵੀਜ਼ਨ ਸੀ। MSc ਕਰਨ ਤੋਂ ਬਾਅਦ ਉਸ ਵੇਲੇ ਦੇ ਹਾਲਾਤਾਂ ਮੁਤਾਬਿਕ ਰਮਨ ਦੇ ਸਾਹਮਣੇ 3 ਰਸਤੇ ਸਨ: ICS, IFS, PCS। ਰਮਨ ਦਾ ਮੁੱਖ ਝੁਕਾਅ ਭੌਤਿਕ ਵਿਗਿਆਨ ਫਿਜ਼ਿਕਸ ਵੱਲ ਸੀ, ਪਰ ਰੋਜ਼ਗਾਰ ਪ੍ਰਾਪਤੀ ਖਾਤਰ ਉਹ IFS ਦੀ ਪ੍ਰੀਖਿਆ ਵਿੱਚ ਬੈਠਿਆ। ਇਸ ਵਿੱਚ ਇਤਿਹਾਸ ਅਤੇ ਅਰਥ ਸ਼ਾਸਤਰ ਵਰਗੇ ਵਿਸ਼ੇ ਹੋਣ ਦੇ ਬਾਵਜੂਦ ਉਸਨੇ ਪ੍ਰੀਖਿਆ ਅਮਲ ਰਹਿ ਕੇ ਪਾਸ ਕੀਤੀ। ਦੇਖ ਲਓ ਜੀ ਤੁਸੀਂ, ਆਪਾਂ ਇੰਨਾ ਪੜ੍ਹ ਚੁੱਕੇ ਹਾਂ। ਉਸ ਤੋਂ ਬਾਅਦ ਦੇਖੋ 1907 ਵਿੱਚ ਰਮਨ ਨੇ ਕਲਕੱਤੇ ਵਿੱਚ ਡਿਪਟੀ ਅਕਾਊਂਟੈਂਟ ਜਨਰਲ ਦਾ ਅਹੁਦਾ ਸੰਭਾਲਿਆ। ਇਸ ਸਾਲ ਹੀ ਉਸਦਾ ਵਿਆਹ ਬੀਬੀ ਲੋਕ ਸੁੰਦਰੀ ਅਮਲ ਨਾਲ ਹੋਇਆ। CV ਰਮਨ ਦੇ 2 ਪੁੱਤਰ ਸਨ। ਇੱਕ ਦਾ ਨਾਂ ਸੀ ਚੰਦਰ ਸ਼ੇਖਰ, ਦੂਸਰਾ ਰਾਧਾ ਕ੍ਰਿਸ਼ਨਨ। ਇੱਕ ਦਿਨ ਸ਼ਾਮ ਨੂੰ ਜਦੋਂ ਰਮਨ ਦਫ਼ਤਰ ਤੋਂ ਘਰ ਵਾਪਸ ਆ ਰਿਹਾ ਸੀ, ਉਸਨੇ ਇੱਕ ਬਿਲਡਿੰਗ ਉੱਤੇ ਦਾ ਇੰਡੀਅਨ ਐਸੋਸੀਏਸ਼ਨ ਫੋਰ ਦਾ ਕਲਟੀਵੇਸ਼ਨ ਆਫ ਸਾਇੰਸ ਨਾਂ ਦਾ ਬੋਰਡ ਲੱਗਾ ਦੇਖਿਆ। ਰਮਨ ਨੇ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਹ ਇਸ ਦਾ ਮੈਂਬਰ ਬਣ ਗਿਆ ਅਤੇ ਇਸ ਦੀ ਪ੍ਰਯੋਗਸ਼ਾਲਾ ਨੂੰ ਵਿਗਿਆਨ ਦੀਆਂ ਖੋਜਾਂ ਲਈ ਵਰਤਣ ਲੱਗਾ। ਸੰਨ 1911 ਵਿੱਚ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਰ ਆਸ਼ੂਤੋਸ਼ ਮੁਖਰਜੀ ਨੇ ਰਮਨ ਨੂੰ ਯੂਨੀਵਰਸਿਟੀ ਵਿੱਚ ਫਿਜ਼ਿਕਸ ਦੇ ਪ੍ਰੋਫੈਸਰ ਦੇ ਅਹੁਦੇ ਲਈ ਸੱਦਾ ਦਿੱਤਾ, ਜਿਹੜਾ ਕਿ ਉਸਨੇ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ, ਭਾਵੇਂ ਕਿ ਉਸਦੀ ਤਨਖਾਹ ਪਹਿਲਾਂ ਨਾਲੋਂ ਅੱਧੀ ਰਹਿ ਗਈ। 1921 ਵਿੱਚ ਰਮਨ ਨੇ ਲੰਡਨ ਵਿੱਚ ਕਲਕੱਤਾ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਅਤੇ ਸੰਸਾਰ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਲੈਕਚਰਾਰ ਦਿੱਤੇ। 1924 ਵਿੱਚ ਉਹ ਲੰਡਨ ਦੀ ਰਾਇਲ ਸੁਸਾਇਟੀ ਦਾ ਮੈਂਬਰ ਬਣਿਆ। 1924 ਵਿੱਚ ਹੀ ਉਸਨੇ ਇੰਡੀਅਨ ਸਾਇੰਸ ਕਾਂਗਰਸ ਨਾਂ ਦੀ ਸੰਸਥਾ ਖੜੀ ਕੀਤੀ। 1928 ਵਿੱਚ ਰਮਨ ਨੇ ਭੌਤਿਕ ਵਿਗਿਆਨ ਨਾਲ ਸੰਬੰਧਿਤ ਮੈਗਜ਼ੀਨ ਕੱਢਣਾ ਸ਼ੁਰੂ ਕੀਤਾ। 1928 ਵਿੱਚ ਹੀ ਉਸਨੇ ਪ੍ਰਕਾਸ਼ ਨਾਲ ਜੁੜੀ ਹੋਈ ਉਹ ਮਹਾਨ ਖੋਜ ਕੀਤੀ ਜਿਸ ਨੇ ਰਮਨ ਅਤੇ ਹਿੰਦੁਸਤਾਨ ਦਾ ਨਾਂ ਸਾਰੇ ਸੰਸਾਰ ਵਿੱਚ ਚਮਕਾ ਦਿੱਤਾ। ਇਸ ਖੋਜ ਨੂੰ ਰਮਨ ਇਫੈਕਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸੇ ਖੋਜ ਕਾਰਨ 1930 ਵਿੱਚ ਉਸ ਨੂੰ ਨੋਬਲ ਪੁਰਸਕਾਰ ਮਿਲਿਆ। ਹਾਂਜੀ, 1 ਨੰਬਰ ਦਾ ਪ੍ਰਸ਼ਨ ਜੋ ਇੱਥੋਂ ਆ ਸਕਦਾ ਜੀ, ਨੋਬਲ ਪੁਰਸਕਾਰ ਕਿਉਂ ਮਿਲਿਆ ਸੀ? ਰਮਨ ਇਫੈਕਟ ਨਾਂ ਦੀ ਉਹਨਾਂ ਨੇ ਖੋਜ ਕੀਤੀ, ਇਸ ਲਈ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ ਸੀ। ਪਿਛਲੀ ਵਾਰ ਦੇ ਪੇਪਰ ਵਿੱਚ ਵੀ ਤੁਹਾਨੂੰ ਇਹ ਕੁਐਸਚਨ ਆਇਆ ਜੀ, CV ਰਮਨ ਨੂੰ ਜਾਂ ਕਿਸ ਭਾਰਤੀ ਵਿਗਿਆਨੀ ਨੂੰ ਜੀ ਨੋਬਲ ਪੁਰਸਕਾਰ ਮਿਲਿਆ? ਇਸ ਤਰ੍ਹਾਂ ਦਾ 1 ਨੰਬਰ ਦਾ ਕੁਐਸਚਨ ਹੈ ਪਿਛਲੇ ਪੇਪਰ 'ਚ। 1948 ਵਿੱਚ ਉਸਨੇ ਰਮਨ ਰਿਸਰਚ ਇੰਸਟੀਟਿਊਟ ਦੀ ਸਥਾਪਨਾ ਕੀਤੀ ਅਤੇ ਆਪਣੇ ਅੰਤਿਮ ਸਾਹਾਂ ਤੱਕ ਉਸ ਦੇ ਡਾਇਰੈਕਟਰ ਵਜੋਂ ਖਾਸ ਕਾਰਜ ਵਿੱਚ ਮਗਨ ਰਿਹਾ। 29 ਨਵੰਬਰ 1970 ਨੂੰ ਭਾਰਤ ਦਾ ਇਹ ਮਹਾਨ ਸਪੂਤ ਹਮੇਸ਼ਾ ਲਈ ਅਲਵਿਦਾ ਕਿਹਾ ਗਿਆ ਜੀ।
हाँ जी, फिर दोबारा तो एक वारी इन्हां बारे थोड़ा तेज तेज पढ़ लैंदे आ। सी वी रमन का जन्म ਆਪਾਂ ਵੇਖਿਆ 7 ਨਵੰਬਰ 1888 ਨੂੰ ਤਾਮਿਲਨਾਡੂ ਵਿੱਚ ਤ੍ਰਿਚਨਾਪੱਲੀ ਦੇ ਨੇੜੇ ਇੱਕ ਪਿੰਡ ਅਨੀਪਟਾਈ ਦੇ ਕਿਸਾਨ ਪਰਿਵਾਰ ਵਿੱਚ ਹੋਇਆ। ਰਮਨ ਦਾ ਪਿਤਾ ਚੰਦਰ ਸ਼ੇਖਰ ਆਪਣੇ ਖਾਨਦਾਨ ਦਾ ਪਹਿਲਾ ਵਿਅਕਤੀ ਸੀ ਜਿਹੜਾ ਪੜ੍ਹ ਲਿਖ ਕੇ ਸਕੂਲ ਅਧਿਆਪਕ ਅਤੇ ਫਿਰ ਭੌਤਿਕ ਵਿਗਿਆਨ ਦਾ ਲੈਕਚਰਰ ਬਣਿਆ। ਰਮਨ ਦੀ ਮਾਤਾ ਪਾਰਵਤੀ ਧਾਰਮਿਕ ਖਿਆਲਾਂ ਵਾਲੀ ਔਰਤ ਸੀ। ਪਹਿਲੇ ਪੈਰੇ 'ਚ ਆਪਾਂ ਇੰਨਾ ਪੜ੍ਹਿਆ ਜੀ। ਸੀ ਵੀ ਰਮਨ ਦਾ ਜਨਮ 7 ਨਵੰਬਰ 1888 ਨੂੰ ਤਾਮਿਲਨਾਡੂ ਵਿੱਚ ਤ੍ਰਿਚਨਾਪੱਲੀ ਦੇ ਨੇੜੇ ਇੱਕ ਪਿੰਡ ਅਨੀਪਟਾਈ ਦੇ ਕਿਸਾਨ ਪਰਿਵਾਰ ਵਿੱਚ ਹੋਇਆ। ਰਮਨ ਦਾ ਪਿਤਾ ਚੰਦਰ ਸ਼ੇਖਰ ਆਪਣੇ ਖਾਨਦਾਨ ਦਾ ਪਹਿਲਾ ਵਿਅਕਤੀ ਸੀ ਜਿਹੜਾ ਪੜ੍ਹ ਲਿਖ ਕੇ ਪਹਿਲਾਂ ਸਕੂਲ ਅਧਿਆਪਕ ਬਣਿਆ ਫਿਰ ਭੌਤਿਕ ਵਿਗਿਆਨੀ ਦਾ ਲੈਕਚਰਰ ਬਣਿਆ। ਰਮਨ ਦੀ ਮਾਤਾ ਪਾਰਵਤੀ ਧਾਰਮਿਕ ਖਿਆਲਾਂ ਵਾਲੀ ਔਰਤ ਸੀ। ਰਮਨ ਛੋਟੇ ਹੁੰਦੇ ਤੋਂ ਹੀ ਅਸਾਧਾਰਨ ਦਿਮਾਗੀ ਸਮਰੱਥਾ ਦਾ ਮਾਲਕ ਸੀ। ਉਸਨੇ ਆਪਣੇ ਜੀਵਨ ਦੀ ਹਰ ਪ੍ਰੀਖਿਆ ਪਹਿਲੇ ਸਥਾਨ 'ਤੇ ਰਹਿ ਕੇ ਪਾਸ ਕੀਤੀ। ਸੰਨ 1900 ਵਿੱਚ ਉਸਨੇ ਸਿਰਫ 12 ਸਾਲ ਦੀ ਉਮਰ ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। 1904 ਵਿੱਚ ਉਸਨੇ ਮਦਰਾਸ ਕਾਲਜ ਤੋਂ BA ਦੀ ਪ੍ਰੀਖਿਆ ਪਾਸ ਕੀਤੀ, ਗੋਲਡ ਮੈਡਲ ਹਾਸਲ ਕੀਤਾ ਜੀ। 1907 ਵਿੱਚ ਰਮਨ ਨੇ MSc ਫਿਜ਼ਿਕਸ ਮਦਰਾਸ ਯੂਨੀਵਰਸਿਟੀ ਤੋਂ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ। ਮਦਰਾਸ ਯੂਨੀਵਰਸਿਟੀ ਕਿਸੇ ਵਿਦਿਆਰਥੀ ਦੀ ਇਹ ਪਹਿਲੀ ਫਸਟ ਡਿਵੀਜ਼ਨ ਸੀ। ਇਹ ਉਹਦੀ ਪੜ੍ਹਾਈ ਬਾਰੇ ਹੋ ਗਿਆ ਜੀ। ਉਸ ਤੋਂ ਬਾਅਦ ਦੇਖੋ ਫਿਰ ਜਦੋਂ ਆਪਾਂ ਕੋਈ ਵੀ ਪੜ੍ਹਾਈ ਤੋਂ ਬਾਅਦ ਰੁਜ਼ਗਾਰ ਬਾਰੇ ਜਾਂਦੇ ਹਾਂ ਜੋਬ ਲਈ, MSc ਕਰਨ ਤੋਂ ਬਾਅਦ ਉਸ ਦੇ ਵੇਲੇ ਹਾਲਾਤਾਂ ਮੁਤਾਬਿਕ ਰਮਨ ਦੇ ਸਾਹਮਣੇ 3 ਹੀ ਰਾਸਤੇ ਸਨ। ICS ਜੋ IPS IAS ਹੁੰਦਾ, ਉਹ ਪਹਿਲਾਂ ਹੀ ICS ਹੁੰਦਾ ਸੀ, IFS ਹੁੰਦਾ ਸੀ, ਅਤੇ PCS ਤਾਂ ਹੁਣ ਵੀ ਸਟੇਟ ਦਾ ਹੁੰਦਾ ਜੀ, ਉਹ ਉਸੇ ਤਰ੍ਹਾਂ ਹੀ ਸੀ। ਰਮਨ ਦਾ ਮੁੱਖ ਝੁਕਾਅ ਭੌਤਿਕ ਵਿਗਿਆਨ ਵੱਲ ਸੀ, ਪਰ ਰੁਜ਼ਗਾਰ ਪ੍ਰਾਪਤੀ ਖਾਤਰ ਉਹ IFS ਦੀ ਪ੍ਰੀਖਿਆ ਵਿੱਚ ਬੈਠਾ। ਇਸ ਵਿੱਚ ਇਤਿਹਾਸ ਅਤੇ ਅਰਥ ਸ਼ਾਸਤਰ ਵਰਗੇ ਵਿਸ਼ੇ ਹੋਣ ਦੇ ਬਾਵਜੂਦ ਉਸਨੇ ਪ੍ਰੀਖਿਆ ਵੱਲ ਰਹਿ ਕੇ ਪਾਸ ਕੀਤੀ। 1907 ਵਿੱਚ ਰਮਨ ਨੇ ਕਲਕੱਤੇ ਵਿੱਚ ਡਿਪਟੀ ਅਕਾਊਂਟੈਂਟ ਜਨਰਲ ਦਾ ਅਹੁਦਾ ਸੰਭਾਲਿਆ। ਇਸ ਸਾਲ ਹੀ ਉਸਦਾ ਵਿਆਹ ਹੋ ਗਿਆ ਜੀ। ਵਿਆਹ ਕਿਹਦੇ ਨਾਲ ਹੋਇਆ? ਬੀਬੀ ਲੋਕ ਸੁੰਦਰੀ ਅਮਲ ਨਾਲ ਹੋਇਆ। ਉਹਨਾਂ ਦੇ ਘਰੇ 2 ਪੁੱਤਰ ਹੋਏ ਜੀ, ਇੱਕ ਚੰਦਰ ਸ਼ੇਖਰ, ਦੂਸਰਾ ਰਾਧਾ ਕ੍ਰਿਸ਼ਨਨ। ਚੰਦਰ ਸ਼ੇਖਰ ਔਰ ਰਾਧਾ ਕ੍ਰਿਸ਼ਨਨ। ਇੱਕ ਦਿਨ ਸ਼ਾਮ ਨੂੰ ਜਦੋਂ ਰਮਨ ਦਫ਼ਤਰ ਤੋਂ ਘਰ ਵਾਪਸ ਆ ਰਿਹਾ ਸੀ, ਉਸਨੇ ਇੱਕ ਬਿਲਡਿੰਗ ਉੱਤੇ ਦਾ ਇੰਡੀਅਨ ਐਸੋਸੀਏਸ਼ਨ ਫੋਰ ਦਾ ਕਲਟੀਵੇਸ਼ਨ ਆਫ ਸਾਇੰਸ ਨਾਂ ਦਾ ਬੋਰਡ ਲੱਗਿਆ ਦੇਖਿਆ। ਰਮਨ ਨੇ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਹ ਇਸ ਦਾ ਮੈਂਬਰ ਬਣ ਗਿਆ। ਇਸ ਦੀ ਪ੍ਰਯੋਗਸ਼ਾਲਾ ਨੂੰ ਵਿਗਿਆਨ ਦੀਆਂ ਖੋਜਾਂ ਲਈ ਵਰਤਣ ਲੱਗਾ। ਸੰਨ 1911 ਵਿੱਚ ਹੀ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਰ ਆਸ਼ੂਤੋਸ਼ ਮੁਖਰਜੀ ਨੇ ਰਮਨ ਨੂੰ ਯੂਨੀਵਰਸਿਟੀ 'ਚ ਫਿਜ਼ਿਕਸ ਦੇ ਪ੍ਰੋਫੈਸਰ ਦੇ ਅਹੁਦੇ ਲਈ ਸੱਦਾ ਦਿੱਤਾ, ਜਿਹੜਾ ਕਿ ਉਸਨੇ ਖੁਸ਼ੀ ਪ੍ਰਵਾਨ ਕਰ ਲਿਆ ਜੀ, ਭਾਵੇਂ ਕਿ ਉਸਦੀ ਤਨਖਾਹ ਪਹਿਲਾਂ ਨਾਲੋਂ ਅੱਧੀ ਰਹਿ ਗਈ। ਫਿਰ 1921 ਵਿੱਚ ਹੀ ਰਮਨ ਨੇ ਲੰਡਨ ਵਿੱਚ ਕਲਕੱਤਾ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ। ਸੰਸਾਰ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਲੈਕਚਰਰ ਦਿੱਤੇ ਜੀ। 1924 ਵਿੱਚ ਉਹ ਲੰਡਨ ਦੀ ਰੋਇਲ ਸੁਸਾਇਟੀ ਦਾ ਮੈਂਬਰ ਬਣਿਆ। 1924 ਵਿੱਚ ਹੀ ਉਸਨੇ ਇੰਡੀਅਨ ਸਾਇੰਸ ਕਾਂਗਰਸ ਨਾਂ ਦੀ ਸੰਸਥਾ ਰੱਖੀ। ਇਹ ਕੁਐਸਚਨ ਆ ਸਕਦਾ 1 ਨੰਬਰ 'ਚ। ਇੰਡੀਅਨ ਸਾਇੰਸ ਕਾਂਗਰਸ ਦੀ ਸਥਾਪਨਾ ਕਿਸ ਨੇ ਕੀਤੀ? CV ਰਮਨ ਨੇ। 1928 ਵਿੱਚ ਰਮਨ ਨੇ ਭੌਤਿਕ ਵਿਗਿਆਨ ਨਾਲ ਸੰਬੰਧਿਤ ਮੈਗਜ਼ੀਨ ਕੱਢਣਾ ਸ਼ੁਰੂ ਕੀਤਾ। 1928 ਵਿੱਚ ਹੀ ਉਸਨੇ ਪ੍ਰਕਾਸ਼ ਨਾਲ ਜੁੜੀ ਉਹ ਮਹਾਨ ਖੋਜ ਕੀਤੀ ਜਿਸ ਨੇ ਰਮਨ ਅਤੇ ਹਿੰਦੁਸਤਾਨ ਦਾ ਨਾਂ ਸਾਰੇ ਸੰਸਾਰ ਵਿੱਚ ਚਮਕਾ ਦਿੱਤਾ। ਇਸ ਖੋਜ ਨੂੰ ਰਮਨ ਇਫੈਕਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸੇ ਖੋਜ ਕਾਰਨ 1930 ਵਿੱਚ ਉਹਨਾਂ ਨੂੰ ਹੀ ਨੋਬਲ ਪੁਰਸਕਾਰ ਮਿਲਿਆ। ਨੋਬਲ ਪੁਰਸਕਾਰ ਜੋ ਕਿ ਬਹੁਤ ਹੀ ਘੱਟ ਲੋਕਾਂ ਨੂੰ ਮਿਲਦਾ ਜੀ। ਇੰਡੀਆ ਦੇ ਇਹੀ ਇੱਕ ਵਿਗਿਆਨੀ ਹਨ। 1948 ਵਿੱਚ ਉਸਨੇ ਰਮਨ ਰਿਸਰਚ ਇੰਸਟੀਚਿਊਟ ਦੀ ਸਥਾਪਨਾ ਕੀਤੀ। ਆਪਣੇ ਅੰਤਿਮ ਸਾਹਾਂ ਤੱਕ ਇਸ ਦੇ ਡਾਇਰੈਕਟਰ ਵਜੋਂ ਖੋਜ ਕਾਰਜ ਵਿੱਚ ਮਗਨ ਰਿਹਾ। 29 ਨਵੰਬਰ 1970 ਨੂੰ ਭਾਰਤ ਦਾ ਇਹ ਮਹਾਨ ਸਪੂਤ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਜੀ। 29 ਨਵੰਬਰ 1970। 1 ਨੰਬਰ 'ਚ ਇਹ ਵੀ ਕੁਐਸਚਨ ਆ ਸਕਦਾ। 29 ਨਵੰਬਰ 1970 ਜਦੋਂ ਅਲਵਿਦਾ ਕਹਿ ਗਏ ਸੰਸਾਰ ਨੂੰ। ਅਤੇ ਇੱਕ ਕੁਐਸਚਨ ਹੈ ਜੀ ਇਹ ਆ ਸਕਦਾ ਜੋ ਉਹਨਾਂ ਦਾ ਜਨਮ ਵਾਲਾ 7 ਨਵੰਬਰ 1788 ਨੂੰ ਤਾਮਿਲਨਾਡੂ ਵਿੱਚ। ਇਹ 2 ਕੁਐਸਚਨ ਯਾਦ ਰੱਖਣੇ ਹਨ ਅਤੇ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ ਰਮਨ ਇਫੈਕਟ ਲਈ। ਇਹ 3 ਕੁਐਸਚਨ 1 ਨੰਬਰ 'ਚ ਇਹਨਾਂ 'ਚ ਕੋਈ ਨਾ ਕੋਈ ਕੁਐਸਚਨ ਆ ਸਕਦਾ ਜੀ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਜਗਦੀਸ਼ ਚੰਦਰ ਬੋਸ ਬਾਰੇ, JC ਬੋਸ ਬਾਰੇ। ਜਗਦੀਸ਼ ਚੰਦਰ ਬੋਸ ਦਾ ਜਨਮ 30 ਦਸੰਬਰ 1858 ਨੂੰ ਬੰਗਲਾਦੇਸ਼ ਦੇ ਸ਼ਹਿਰ ਮੇਮਨ ਸਿੰਘ ਦੇ ਨੇੜੇ ਪਿੰਡ ਗੜੀ ਖਾਲ ਵਿੱਚ ਹੋਇਆ ਸੀ। ਜੋ ਜੇ ਪਹਿਲੀ ਲਾਈਨ ਆਈ ਜਾਂਦੀ ਜੀ ਹਰੇਕ ਕੁਐਸਚਨ ਵਿੱਚ ਜਨਮ ਵਾਲੀ, ਜਨਮ ਤਰੀਕ ਔਰ ਥਾਂ, ਇਹ ਤੁਸੀਂ ਯਾਦ ਰੱਖ ਲਓ ਕਿਉਂਕਿ ਇਸ ਦਾ ਪ੍ਰਸ਼ਨ 1 ਨੰਬਰ ਵਿੱਚ ਹੀ ਆ ਸਕਦਾ। ਬਹੁਤ ਜ਼ਿਆਦਾ ਚਾਂਸ ਹਨ 1 ਨੰਬਰ 'ਚ ਇਹ ਕੁਐਸਚਨ ਆਉਣ ਦੇ। 5 ਵਿਗਿਆਨੀ ਹਨ, 5 ਦੀ ਜਨਮ ਤਰੀਕਾ ਤੁਸੀਂ ਯਾਦ ਰੱਖ ਲਓਗੇ ਤਾਂ ਚੰਗੀ ਗੱਲ ਹੈ ਜੀ। ਉਸਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿੱਚ ਹੀ ਪ੍ਰਾਪਤ ਕੀਤੀ। ਮੈਟ੍ਰਿਕ ਤੋਂ ਬਾਅਦ ਉਹ ਕਲਕੱਤਾ ਦੇ ਸੇਂਟ ਜ਼ੇਵੀਅਰ ਕਾਲਜ ਵਿੱਚ ਦਾਖਲ ਹੋਇਆ। ਇੱਥੋਂ ਉਹ ਗ੍ਰੈਜੂਏਸ਼ਨ ਕਰਨ ਉਪਰੰਤ ਇੰਗਲੈਂਡ ਚਲਾ ਗਿਆ ਅਤੇ ਲੰਡਨ ਵਿੱਚ ਮੈਡੀਕਲ ਦੀ ਸਿੱਖਿਆ ਪ੍ਰਾਪਤ ਕਰਨ ਲੱਗਿਆ। ਮੈਡੀਕਲ ਨਾਲ ਸੰਬੰਧਿਤ ਪ੍ਰੈਕਟੀਕਲ ਕਰਦੇ ਸਮੇਂ ਉਸ ਨੂੰ ਅਜਿਹੀ ਇਨਫੈਕਸ਼ਨ ਹੋਈ ਕਿ ਉਸ ਨੂੰ ਇਹ ਪੜ੍ਹਾਈ ਵਿੱਚ ਹੀ ਛੱਡਣੀ ਪਈ। ਇਸ ਤੋਂ ਬਾਅਦ ਉਸਨੇ ਭੌਤਿਕ ਵਿਗਿਆਨ ਦੀ ਪੜ੍ਹਾਈ ਵੱਲ ਆਪਣਾ ਧਿਆਨ ਮੋੜਿਆ।
1884 ਵਿੱਚ ਉਸਨੇ ਕੈਂਬਰਾ ਯੂਨੀਵਰਸਿਟੀ ਵਿੱਚ ਉੱਚ ਵਿੱਦਿਆ ਪ੍ਰਾਪਤ ਕੀਤੀ ਅਤੇ ਆਪਣੀ ਖੋਜ ਦਾ ਕੰਮ ਸ਼ੁਰੂ ਕੀਤਾ। ਸ਼ੁਰੂ ਵਿੱਚ ਇਲੈਕਟ੍ਰੋਮੈਗਨੈਟਿਕ ਵੇਵਸ ਬਿਜਲੀ ਚੁੰਬਕੀ ਤਰੰਗਾਂ ਉਸ ਦੀ ਖੋਜ ਦਾ ਵਿਸ਼ਾ ਸਨ। ਇਹ ਤਰੰਗਾਂ ਲੰਬੀ ਤਰੰਗ ਲੰਬਾਈ ਵਾਲੀਆਂ ਰੇਡੀਓ ਵੇਵਸ ਤੋਂ ਸ਼ੁਰੂ ਹੋ ਕੇ ਇਨਫਰਾਰੈੱਡ ਰੋਸ਼ਨੀ ਦੇ ਥੋੜ੍ਹੇ ਜਿਹੇ ਹਿੱਸੇ ਵਿੱਚੋਂ ਲੰਘਦੀਆਂ ਹੋਈਆਂ ਅਲਟਰਾ ਵਾਇਲਟ ਰੇਜ਼, ਗਾਮਾਜ਼ ਰੇਜ਼ ਅਤੇ ਅਖੀਰ ਵਿੱਚ ਐਕਸ-ਰੇ ਅਤੇ ਕੋਸਮਿਕ ਰੇਜ਼ 'ਤੇ ਜਾ ਮੁੱਕਦੀਆਂ ਹਨ। ਦੇਖ ਲਓ ਜੀ, ਸ਼ੁਰੂ ਵਿੱਚ ਇਲੈਕਟ੍ਰੋਨਿਕ ਵੇਵਸ ਬਿਜਲੀ ਚੁੰਬਕੀ ਉਸ ਦੀ ਖੋਜ ਦਾ ਵਿਸ਼ਾ ਸਨ। ਫਿਰ ਇਹ ਤਰੰਗਾਂ ਲੰਬੀ ਤਰੰਗ ਵਾਲੀਆਂ ਰੇਡੀਓ ਵੇਵਸ ਤੋਂ ਸ਼ੁਰੂ ਹੋ ਕੇ ਇਨਫਰਾਰੈੱਡ ਰੋਸ਼ਨੀ ਦੇ ਥੋੜ੍ਹੇ ਹਿੱਸੇ ਵਿੱਚ ਲੰਘਦੀਆਂ ਹੋਈਆਂ ਅਲਟਰਾਵਾਇਲਟ ਰੇਜ਼, ਗਾਮਾ ਰੇਜ਼ ਅਤੇ ਅਖੀਰ ਵਿੱਚ ਐਕਸ-ਰੇ ਅਤੇ ਕੋਸਮਿਕ ਰੇਜ਼ 'ਤੇ ਜਾ ਮੁੱਕਦੀਆਂ ਹਨ। ਜਰਮਨ ਦਾ ਵਿਗਿਆਨੀ ਹਰਟਜ਼ ਵੀ ਲੰਬੀ ਤਰੰਗ ਲੰਬਾਈ ਵਾਲੀਆਂ ਰੇਡੀਓ ਤਰੰਗਾਂ ਉੱਤੇ ਤਜਰਬੇ ਕਰ ਰਿਹਾ ਸੀ। ਜਗਦੀਸ਼ ਚੰਦਰ ਨੇ ਛੋਟੀ ਤਰੰਗ ਲੰਬਾਈ ਵਾਲੀਆਂ ਰੇਡੀਓ ਤਰੰਗਾਂ ਉੱਪਰ ਤਜਰਬੇ ਕਰਨੇ ਸ਼ੁਰੂ ਕੀਤੇ। 1895 ਵਿੱਚ ਉਸਨੇ ਕਲਕੱਤੇ ਵਿੱਚ ਇੱਕ ਪਬਲਿਕ ਲੈਕਚਰ ਦੌਰਾਨ ਆਪਣੇ ਬਣਾਏ ਉਪਕਰਨ ਨਾਲ 75 ਫੁੱਟ ਦੇ ਫਾਸਲੇ 'ਤੇ ਛੋਟੀਆਂ ਰੇਡੀਓ ਤਰੰਗਾਂ ਨੂੰ ਵਰਤ ਕੇ ਇੱਕ ਘੰਟੀ ਵਜਾ ਕੇ ਦਿਖਾਈ। ਇਸ ਤੋਂ ਬਾਅਦ ਉਸਨੇ ਇਹਨਾਂ ਤਰੰਗਾਂ ਨੂੰ 1 ਕਿਲੋਮੀਟਰ ਤੋਂ ਵੀ ਜ਼ਿਆਦਾ ਫਾਸਲੇ ਉੱਤੇ ਭੇਜਣਾ ਅਤੇ ਵਾਪਸ ਪ੍ਰਾਪਤ ਕਰਨ ਦੇ ਸਫਲ ਤਜਰਬੇ ਕੀਤੇ। ਬਾਅਦ ਦੇ ਸਮੇਂ ਵਿੱਚ ਉਸਦਾ ਝੁਕਾਅ ਖੋਜ ਦੇ ਦੂਜੇ ਖੇਤਰਾਂ ਵਿੱਚ ਹੋ ਗਿਆ। ਨਹੀਂ ਤਾਂ ਹੋ ਸਕਦਾ ਸੀ ਰੇਡੀਓ ਦੀ ਕਾਢ ਨਾਲ ਮਾਰਕੋਨੀ ਦੀ ਥਾਂ 'ਤੇ ਜਗਦੀਸ਼ ਚੰਦਰ ਬੋਸ ਦਾ ਨਾਂ ਜੁੜਿਆ ਹੁੰਦਾ। ਦੇਖ ਲਓ ਜੇ ਉਹ ਧਿਆਨ ਨਾਲ ਆਪਦਾ ਬਦਲਦਾ ਤਾਂ ਰੇਡੀਓ ਦੀ ਕਾਢ ਹੀ ਉਹ ਆਪ ਕਰ ਸਕਦਾ ਸੀ, ਪਰ ਹੁਣ ਰੇਡੀਓ ਦੀ ਕਾਢ ਜੋ ਹੈ ਮਾਰਕੋਨੀ ਨੇ ਕੀਤੀ ਹੈ ਜੀ। 1896 ਵਿੱਚ ਜਦੋਂ ਤਰੰਗਾਂ ਨਾਲ ਸੰਬੰਧਿਤ ਤਜਰਬੇ ਕਰ ਰਿਹਾ ਸੀ ਤਾਂ ਉਸਨੇ ਨੋਟ ਕੀਤਾ ਕਿ ਤਰੰਗਾਂ ਪੈਦਾ ਕਰਨ ਵਾਲੇ ਉਪਕਰਨ ਵਿੱਚ ਜ਼ਿਆਦਾ ਸਮੇਂ ਕੰਮ ਕਰਦੇ ਰਹਿਣ ਨਾਲ ਥਕਾਵਟ ਆ ਜਾਂਦੀ ਹੈ ਅਤੇ ਜੇਕਰ ਇਸ ਨੂੰ ਕੁਝ ਸਮਾਂ ਆਰਾਮ ਕਰਨ ਦਿੱਤਾ ਜਾਵੇ ਤਾਂ ਉਹ ਫਿਰ ਪਹਿਲਾਂ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਘਟਨਾ ਨੇ ਉਸਦੀ ਰੁਚੀ ਖੋਜ ਦੇ ਹੋਰ ਖੇਤਰਾਂ ਵੱਲ ਮੋੜ ਦਿੱਤੀ। ਉਸ ਵਿੱਚ ਇਹ ਜਾਣਨ ਦੀ ਤੀਬਰ ਇੱਛਾ ਪੈਦਾ ਹੋਈ ਕਿ ਗਰਮੀ, ਸਰਦੀ, ਖੁਰਾਕ, ਨੀਂਦ, ਦਵਾਈਆਂ, ਪਿਆਰ, ਨਫ਼ਰਤ, ਦੁੱਖ, ਸੁੱਖ ਆਦਿ ਦਾ ਜੋ ਜੀਵਾਂ ਉੱਤੇ ਅਸਰ ਪੈਂਦਾ ਹੈ ਕਿ ਅਜਿਹਾ ਅਸਰ ਪੇੜ ਪੌਦਿਆਂ ਅਤੇ ਨਿਰਜੀਵਾਂ ਉੱਪਰ ਵੀ ਪੈਂਦਾ ਹੈ। ਆਪਣੀ ਜ਼ਿੰਦਗੀ ਦਾ ਬਾਕੀ ਸਮਾਂ ਉਹ ਇਸੇ ਖੋਜ ਵਿੱਚ ਲੱਗਾ ਰਿਹਾ। ਉਸਦੇ ਇਸ ਖੋਜ ਨੇ ਵਿਗਿਆਨ ਦੀ ਨਵੀਂ ਸ਼ਾਖਾ ਬਾਇਓਫਿਜ਼ਿਕਸ ਦੀ ਨੀਂਹ ਰੱਖੀ। ਜਗਦੀਸ਼ ਚੰਦਰ ਨੇ ਆਪਣੀ ਖੋਜ ਵਿੱਚ ਸਿੱਧ ਕੀਤਾ ਕਿ ਜੀਵਾਂ ਵਾਂਗ ਪੌਦਿਆਂ ਵਿੱਚ ਵੀ ਨਾੜੀ ਪ੍ਰਬੰਧ ਹੁੰਦਾ ਹੈ। ਉਹ ਵੀ ਖੁਸ਼ੀ, ਗਮੀ, ਸੁੱਖ, ਦੁੱਖ ਦਾ ਅਨੁਭਵ ਕਰਦੇ ਹਨ, ਸਾਹ ਲੈਂਦੇ ਹਨ, ਉਹਨਾਂ ਵਿੱਚ ਵੀ ਲਹੂ ਪ੍ਰਵਾਹ ਚੱਲਦਾ ਹੈ ਅਤੇ ਸਭ ਤੋਂ ਉੱਪਰ ਉਹਨਾਂ ਵਿੱਚ ਵੀ ਜਾਨ ਹੁੰਦੀ ਹੈ। ਉਹਨਾਂ ਦਾ ਵੀ ਇੱਕ ਜੀਵਨ ਕਾਲ ਹੁੰਦਾ ਹੈ। ਉਹ ਵੀ ਸਾਰਾ ਕੁਝ ਮਨੁੱਖਾਂ ਵਾਂਗ ਮਹਿਸੂਸ ਕਰਦੇ ਹਨ, ਫਰਕ ਸਿਰਫ ਮਾਤਰਾ ਦਾ ਹੈ। ਪੌਦਿਆਂ ਦੀ ਸੰਵੇਦਨਾ ਨੂੰ ਮਾਪਣ ਲਈ ਜਗਦੀਸ਼ ਚੰਦਰ ਬੋਸ ਨੇ ਹੀ ਕ੍ਰਿਸਕੋਗ੍ਰਾਫ ਨਾਂ ਦਾ ਇੱਕ ਉਪਕਰਨ ਵੀ ਬਣਾਇਆ। ਇਹ ਕੁਐਸਚਨ ਵੀ 1 ਨੰਬਰ 'ਚ ਆ ਸਕਦਾ ਹੈ। ਵੈਸੇ ਵੀ ਤੁਸੀਂ ਹੋਰ ਕੋਈ ਪੀਟੈਟ ਜਾਂ ਸੀਟੈਟ 'ਚ ਵੀ ਇਸ ਤਰ੍ਹਾਂ ਦਾ ਕੁਐਸਚਨ, ਅਗਰ ਪੀਟੈਟ ਸੀਟੈਟ ਦੂਸਰਾ ਇਹ ਸੈਕਿੰਡ ਪੇਪਰ ਵਾਲਾ, ਉਸ ਵਿੱਚ ਵੀ ਇਹ ਕੁਐਸਚਨ ਆ ਸਕਦਾ। ਇਸ ਤੋਂ ਇਲਾਵਾ ਜੋ ETT ਸੈਕਿੰਡ ਪੇਪਰ ਹੈ ਪੰਜਾਬ ਦਾ, ਉਸ ਵਿੱਚ ਵੀ ਇਹ ਕੁਐਸਚਨ ਆ ਸਕਦਾ। ਜਗਦੀਸ਼ ਚੰਦਰ ਬੋਸ ਨੇ ਕ੍ਰਿਸਕੋਗ੍ਰਾਫ ਨਾਂ ਦੇ ਉਪਕਰਨ ਦੀ ਖੋਜ ਕੀਤੀ, ਜਾਂ ਕ੍ਰਿਸਕੋਗ੍ਰਾਫ ਕਿਸ ਨੇ ਖੋਜ ਕੀਤੀ ਇਸ ਦੀ। ਇਸ ਖੋਜ ਤੋਂ ਬਾਅਦ ਉਸ ਦੀ ਮਸ਼ਹੂਰੀ ਸਾਰੀ ਦੁਨੀਆ ਵਿੱਚ ਫੈਲ ਗਈ। ਸੰਸਾਰ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਨੇ ਉਸ ਨੂੰ ਲੈਕਚਰ ਦੇਣ ਲਈ ਬੁਲਾਇਆ। 1913 ਵਿੱਚ ਉਸਨੇ ਆਪਣੀ ਖਾਸ ਲੈਕਚਰ ਪੰਜਾਬ ਯੂਨੀਵਰਸਿਟੀ ਲਾਹੌਰ ਵੀ ਦਿੱਤਾ। ਜਗਦੀਸ਼ ਚੰਦਰ ਭਾਰਤੀ ਸੰਸਕ੍ਰਿਤੀ, ਆਪਣੀ ਮਾਤ ਭਾਸ਼ਾ ਬੰਗਾਲੀ ਅਤੇ ਕੁਦਰਤ ਦਾ ਪ੍ਰੇਮੀ ਸੀ। ਉਸ ਦੀ ਮੁੱਢਲੀ ਸਿੱਖਿਆ ਪਿੰਡ ਦੇ ਦੇਸੀ ਸਕੂਲ ਦੇ ਕੁਦਰਤੀ ਆਲੇ ਦੁਆਲੇ ਵਿੱਚ ਹੋਈ, ਜਿੱਥੇ ਪੰਛੀਆਂ, ਜਾਨਵਰਾਂ ਅਤੇ ਰੁੱਖਾਂ ਨਾਲ ਉਸ ਦਾ ਡੂੰਘਾ ਪਿਆਰ ਪੈ ਗਿਆ। ਆਪਣੇ ਸਾਥੀ ਕਿਸਾਨਾਂ ਦੇ ਬੱਚਿਆਂ ਤੋਂ ਉਸਨੇ ਮਨ ਦੀ ਸਾਦਗੀ ਅਤੇ ਸਵੱਛਤਾ ਪ੍ਰਾਪਤ ਕੀਤੀ। ਸੰਨ 1937 ਵਿੱਚ ਭਾਰਤ ਦਾ ਇਹ ਮਹਾਨ ਵਿਗਿਆਨੀ ਅਕਾਲ ਚਲਾਣਾ ਕਰ ਗਿਆ। ਉਹਨਾਂ ਦਾ ਜੀਵਨ ਵਿਦਿਆਰਥੀਆਂ ਅਤੇ ਨਵੇਂ ਵਿਗਿਆਨੀਆਂ ਲਈ ਹਮੇਸ਼ਾ ਹੀ ਚਾਨਣ ਮੁਨਾਰਾ ਰਹੇਗਾ। ਠੀਕ ਹੈ ਜੀ, ਇੰਨੀ ਕੁ ਇਹਨਾਂ ਦੀ ਸਟੋਰੀ ਹੈ। ਫਿਰ ਤੋਂ ਆਪਾਂ ਇੱਕ ਵਾਰੀ ਦੁਬਾਰਾ ਤੋਂ ਵੇਖਦੇ ਹਾਂ ਜੀ। ਜਨਮ ਜੋ ਬੰਗਲਾਦੇਸ਼ ਵਿੱਚ ਹੋਇਆ ਸੀ ਇਹਨਾਂ ਦਾ, ਜੋ ਕਿ ਵੈਸੇ ਤਾਂ ਉਸ ਵੇਲੇ ਇੰਡੀਆ ਦਾ ਹਿੱਸਾ ਸੀ। ਜਗਦੀਸ਼ ਚੰਦਰ ਬੋਸ ਦਾ ਜਨਮ ਜੋ ਹੀ 30 ਦਸੰਬਰ 1858 ਨੂੰ ਬੰਗਲਾਦੇਸ਼ ਵਿੱਚ ਮੇਮਨ ਦੇ ਨੇੜੇ ਪਿੰਡ ਗੜੀਵਾਲ ਵਿੱਚ ਹੋਇਆ। ਮੁੱਢਲੀ ਸਿੱਖਿਆ ਉਹਨਾਂ ਨੇ ਪਿੰਡ ਦੇ ਸਕੂਲ ਤੋਂ ਕੀਤੀ। ਮੈਟ੍ਰਿਕ 10ਵੀਂ ਉਹਨਾਂ ਨੇ ਕਲਕੱਤਾ ਦੇ ਸੇਂਟ ਜ਼ੇਵੀਅਰ ਕਾਲਜ ਤੋਂ ਕੀਤੀ। ਫਿਰ ਇੱਥੋਂ ਹੀ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ। ਫਿਰ ਇੰਗਲੈਂਡ ਚਲੇ ਗਏ, ਲੰਡਨ ਵਿੱਚ ਹੀ ਮੈਡੀਕਲ ਦੀ ਸਿੱਖਿਆ ਕੀਤੀ, ਪਰ ਉਹਨਾਂ ਨੂੰ ਵੀ ਮੈਡੀਕਲ ਦੇ ਪ੍ਰੈਕਟੀਕਲਾਂ ਵਿੱਚ ਕੀ ਹੋ ਗਈ, ਇਨਫੈਕਸ਼ਨ ਹੋ ਗਈ, ਜਿਸ ਕਰਕੇ ਉਹਨਾਂ ਨੇ ਪੜ੍ਹਾਈ ਛੱਡ ਦਿੱਤੀ। ਫਿਰ ਉਹ ਭੌਤਿਕ ਵਿਗਿਆਨ ਵੱਲ ਆ ਗਏ ਜੀ। ਭੌਤਿਕ ਵਿਗਿਆਨ ਤੋਂ ਬਾਅਦ ਉਹਨਾਂ ਨੇ 1884 ਵਿੱਚ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਵਿੱਚ ਉੱਚ ਵਿੱਦਿਆ ਪ੍ਰਾਪਤ ਕੀਤੀ। ਆਪਣੀ ਖੋਜ ਦਾ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ।
ਸ਼ੁਰੂ ਵਿੱਚ ਇਲੈਕਟ੍ਰੋਮੈਗਨੈਟਿਕ ਵੇਵਸ ਦੀ ਉਹਨਾਂ ਨੇ ਖੋਜ ਦਾ ਵਿਸ਼ਾ ਸੀ। ਫਿਰ ਹੌਲੀ ਹੌਲੀ ਉਹਨਾਂ ਨੇ ਹੋਰ ਕਿਰਨਾਂ ਜਿਵੇਂ ਇਨਫਰਾਰੈਡ, ਰਾਸ, ਗਾਮਾ, ਐਕਸਰੇ ਅਤੇ ਕੋਸਮਿਕ ਤੇ ਜਾ ਮੁੱਕਦੇ ਹਨ। ਜਰਮਨ ਦਾ ਵਿਗਿਆਨੀ ਹਾਰਟਜ਼ ਵੀ ਲੰਬੀ ਤਰੰਗ ਵਾਲੀਆਂ ਰੇਡੀਓ ਤਰੰਗਾਂ ਉੱਤੇ ਤਜਰਬੇ ਕਰ ਰਿਹਾ ਸੀ। ਜਗਦੀਸ਼ ਚੰਦਰ ਨੇ ਛੋਟੀ ਤਰੰਗ ਵਾਲੀਆਂ ਲੰਬਾਈ ਵਾਲੀਆਂ ਰੇਡੀਓ ਤਰੰਗਾਂ ਉੱਪਰ ਤਜਰਬੇ ਕਰਨੇ ਸ਼ੁਰੂ ਕਰ ਦਿੱਤੇ। 1895 'ਚ ਉਸਨੇ ਕਲਕੱਤਾ ਦੇ ਪਬਲਿਕ ਲੈਕਚਰ ਦੌਰਾਨ ਆਪਣੇ ਉਪਕਰਨ ਨਾਲ 75 ਫੁੱਟ ਦੇ ਫਾਸਲੇ 'ਤੇ ਛੋਟੀਆਂ ਰੇਡੀਓ ਤਰੰਗਾਂ ਨੂੰ ਵਰਤ ਕੇ 1 ਘੰਟੇ ਵਿੱਚ ਜਾ ਕੇ ਦਿਖਾਈ। ਇਸ ਤੋਂ ਬਾਅਦ ਉਸਨੇ ਇਹਨਾਂ ਤਰੰਗਾਂ ਨੂੰ 1 ਕਿਲੋਮੀਟਰ ਤੋਂ ਵੀ ਜ਼ਿਆਦਾ ਫਾਸਲੇ ਉੱਤੇ ਭੇਜਣ ਅਤੇ ਵਾਪਸ ਪ੍ਰਾਪਤ ਕਰਨ ਦੇ ਸਫਲ ਤਜਰਬੇ ਕੀਤੇ। ਬਾਅਦ ਦੇ ਸਮੇਂ ਵਿੱਚ ਉਸਦਾ ਝੁਕਾਅ ਖੋਜ ਦੇ ਦੂਜੇ ਖੇਤਰਾਂ ਵਿੱਚ ਹੋ ਗਿਆ। ਨਹੀਂ ਤਾਂ ਹੋ ਸਕਦਾ ਸੀ ਜੋ ਆਪਦੀ ਖੋਜ ਹੀ ਜਾਰੀ ਰੱਖਦੇ ਅਤੇ ਰੇਡੀਓ ਜੋ ਬਾਅਦ ਵਿੱਚ ਕਾਢ ਹੋਈ ਹੈ ਉਹ ਪਹਿਲਾਂ ਹੀ ਜਗਦੀਸ਼ ਚੰਦਰ ਬੋਸ ਕਰ ਦਿੰਦੇ ਸੀ, ਰੇਡੀਓ ਦੀ ਕਾਢ ਜੋ ਬਾਅਦ ਵਿੱਚ ਮਾਰਕੋਨੀ ਨੇ ਕੀਤੀ। 1896 ਵਿੱਚ ਜਦੋਂ ਤਰੰਗਾਂ ਨਾਲ ਸੰਬੰਧਿਤ ਤਜਰਬੇ ਕਰ ਰਿਹਾ ਸੀ ਤਾਂ ਉਸਨੇ ਨੋਟ ਕੀਤਾ ਕਿ ਤਰੰਗਾਂ ਪੈਦਾ ਕਰਨ ਵਾਲੇ ਉਪਕਰਨ ਵਿੱਚ ਜ਼ਿਆਦਾ ਸਮਾਂ ਕੰਮ ਕਰਦੇ ਰਹਿਣ ਨਾਲ ਥਕਾਵਟ ਆ ਜਾਂਦੀ ਹੈ ਅਤੇ ਇਸ ਨੂੰ ਕੁਝ ਸਮਾਂ ਹੀ ਆਰਾਮ ਕਰਨ ਦੇਣਾ ਚਾਹੀਦਾ। ਜੋ ਵੀ ਆਪਾਂ ਉਪਕਰਨ ਹੈ, ਜੇਕਰ ਇਸ ਨੂੰ ਆਰਾਮ ਕਰਨ ਦਿੱਤਾ ਜਾਵੇ ਤਾਂ ਫਿਰ ਪਹਿਲਾਂ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਘਟਨਾ ਨੇ ਉਸਦੀ ਰੁਚੀ ਖੋਜ ਦੇ ਹੋਰ ਖੇਤਰਾਂ ਵੱਲ ਮੋੜ ਦਿੱਤੀ। ਉਸ ਵਿੱਚ ਇਹ ਜਾਣਨ ਦੀ ਤੀਬਰ ਇੱਛਾ ਹੋਈ ਕਿ ਗਰਮੀ, ਸਰਦੀ, ਖੁਰਾਕ, ਨੀਂਦ, ਦਵਾਈਆਂ, ਪਿਆਰ, ਨਫ਼ਰਤ, ਦੁੱਖ, ਸੁੱਖ ਆਦਿ ਦਾ ਜੋ ਜੀਵਾਂ ਉੱਤੇ ਅਸਰ ਹੁੰਦਾ ਹੈ ਕਿ ਅਜਿਹਾ ਅਸਰ ਪੇੜ ਪੌਦਿਆਂ ਅਤੇ ਨਿਰਜੀਵਾਂ ਉੱਪਰ ਵੀ ਹੁੰਦਾ ਹੈ। ਆਪਣੀ ਜ਼ਿੰਦਗੀ ਦਾ ਬਾਕੀ ਸਮਾਂ ਹੀ ਉਹ ਇਸੇ ਖੋਜ ਵਿੱਚ ਲੱਗਿਆ ਰਿਹਾ। ਉਸ ਦੀ ਇਸ ਖੋਜ ਨੇ ਵਿਗਿਆਨ ਦੀ ਨਵੀਂ ਸ਼ਾਖਾ ਬਾਇਓਫਿਜ਼ਿਕਸ ਦੀ ਨੀਂਹ ਰੱਖੀ। ਜਗਦੀਸ਼ ਚੰਦਰ ਨੇ ਆਪਣੀ ਖੋਜ ਵਿੱਚ ਸਿੱਧ ਕੀਤਾ ਕਿ ਜੀਵਾਂ ਵਾਂਗ ਪੌਦਿਆਂ ਵਿੱਚ ਵੀ ਨਾੜੀ ਪ੍ਰਬੰਧ ਹੁੰਦਾ ਹੈ। ਉਹ ਵੀ ਜੀ ਖੁਸ਼ੀ, ਗਮੀ, ਸੁੱਖ ਦੁੱਖ ਦਾ ਅਨੁਭਵ ਕਰਦੇ ਹਨ। ਸਾਹ ਲੈਂਦੇ ਹਨ, ਉਹਨਾਂ ਵਿੱਚ ਵੀ ਲਹੂ ਪ੍ਰਵਾਹ ਚੱਲਦਾ ਜੀ। ਸਭ ਤੋਂ ਉੱਪਰ ਉਹਨਾਂ ਵਿੱਚ ਵੀ ਜਾਨ ਹੁੰਦੀ ਹੈ ਜੀ। ਉਹਨਾਂ ਦਾ ਵੀ ਇੱਕ ਜੀਵਨ ਕਾਲ ਹੁੰਦਾ ਹੈ। ਉਹ ਵੀ ਸਾਰਾ ਕੁਝ ਮਨੁੱਖ ਵਾਂਗ ਹੀ ਕਰਦੇ ਆ ਜੀ। ਪੌਦਿਆਂ ਦੀ ਸੰਵੇਦਨਾ ਨੂੰ ਮਾਪਣ ਲਈ ਜਗਦੀਸ਼ ਚੰਦਰ ਬੋਸ ਨੇ ਕ੍ਰਿਸਕੋਗ੍ਰਾਫ ਨਾਂ ਦਾ ਹੀ ਇੱਕ ਉਪਕਰਨ ਬਣਾਇਆ। ਇਸ ਤੋਂ ਬਾਅਦ ਉਸਦੀ ਖੋਜ ਦੀ ਮਸ਼ਹੂਰੀ ਸਾਰੀ ਦੁਨੀਆ ਵਿੱਚ ਹੋ ਗਈ। ਸਾਰੀ ਦੁਨੀਆ ਦੇ ਜੋ ਪ੍ਰਸਿੱਧ ਯੂਨੀਵਰਸਿਟੀਆਂ ਸਨ ਉਹਨਾਂ ਨੇ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਲੈਕਚਰ ਦੇਣ ਲਈ। 1913 ਵਿੱਚ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਜੋ ਲਾਹੌਰ ਵਿੱਚ ਸੀ ਪਹਿਲਾਂ ਹੀ, ਉੱਥੇ ਵੀ ਇੱਕ ਲੈਕਚਰ ਦਿੱਤਾ। ਜਗਦੀਸ਼ ਚੰਦਰ ਭਾਰਤੀ ਸੰਸਕ੍ਰਿਤੀ, ਆਪਣੀ ਮਾਤ ਭਾਸ਼ਾ ਬੰਗਾਲੀ ਅਤੇ ਕੁਦਰਤ ਦਾ ਪ੍ਰੇਮੀ ਸੀ। ਉਸ ਦੀ ਮੁੱਢਲੀ ਸਿੱਖਿਆ ਪਿੰਡ ਦੇ ਦੇਸੀ ਸਕੂਲ ਦੇ ਕੁਦਰਤੀ ਆਲੇ ਦੁਆਲੇ ਵਿੱਚ ਹੋਈ, ਜਿੱਥੇ ਪੰਛੀਆਂ, ਜਾਨਵਰਾਂ ਅਤੇ ਰੁੱਖਾਂ ਨਾਲ ਉਸ ਦਾ ਡੂੰਘਾ ਪਿਆਰ ਪੈ ਗਿਆ। ਆਪਣੇ ਸਾਥੀ ਕਿਸਾਨਾਂ ਦੇ ਬੱਚਿਆਂ ਤੋਂ ਉਸ ਦੇ ਮਨ ਦੀ ਸਾਦਗੀ, ਸਵੱਛਤਾ ਪ੍ਰਾਪਤ ਕੀਤੀ। ਸੰਨ 1937 ਵਿੱਚ ਭਾਰਤ ਦਾ ਇਹ ਮਹਾਨ ਵਿਗਿਆਨੀ 1937 ਵਿੱਚ, ਧਿਆਨ ਨਾਲ ਦੇਖਿਓ, ਅਕਾਲ ਚਲਾਣਾ ਕਰ ਗਿਆ। ਉਹਨਾਂ ਦਾ ਜੀਵਨ ਵਿਦਿਆਰਥੀਆਂ ਦੇ ਨਵੇਂ ਵਿਗਿਆਨੀਆਂ ਲਈ। ਹਾਂਜੀ, ਹੁਣ ਆਪਾਂ ਕਰਦੇ ਹਾਂ ਐਲਬਰਟ ਹੈਰੀਮਨ ਆਇਨਸਟਾਈਨ ਬਾਰੇ। ਸਭ ਤੋਂ ਮਹੱਤਵਪੂਰਨ ਇਹੀ ਲੱਗਦਾ ਜੀ ਮੈਨੂੰ ਤਾਂ। ਐਲਬਰਟ ਆਇਨਸਟਾਈਨ ਦਾ ਜਨਮ 14 ਮਾਰਚ 1879 ਨੂੰ ਜਰਮਨੀ ਦੇ ਉਲਾਮ ਸ਼ਹਿਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਹੈਰਮਨ ਆਇਨਸਟਾਈਨ ਸੀ ਅਤੇ ਮਾਤਾ ਦਾ ਨਾਂ ਪੌਲੀਨ ਕੋਚ ਸੀ। ਉਹ ਜਰਮਨੀ ਦੇ ਮੈਯੂਚਿਤ ਸ਼ਹਿਰ ਵਿੱਚ ਵੱਡੇ ਹੋਏ ਅਤੇ ਇਹਨਾਂ ਦੀ ਸਿੱਖਿਆ ਦਾ ਆਰੰਭ ਇੱਥੋਂ ਹੀ ਹੋਇਆ। ਉਹ ਬਚਪਨ ਵਿੱਚ ਪੜ੍ਹਾਈ ਵਿੱਚ ਬਹੁਤ ਹੀ ਕਮਜ਼ੋਰ ਸਨ। 9 ਸਾਲ ਤੱਕ ਉਹ ਬੋਲਣਾ ਨਹੀਂ ਜਾਣਦੇ ਸਨ। ਉਹ ਪ੍ਰਕਿਰਤੀ ਦੇ ਨਿਯਮਾਂ, ਕੰਪਾਸ ਦੀ ਸੂਈ ਦੀ ਦਿਸ਼ਾ ਆਦਿ ਵਿੱਚ ਮੰਤਰ ਮੁਗਧ ਰਹਿੰਦੇ ਸਨ। ਉਹਨਾਂ ਨੇ 12 ਸਾਲ ਦੀ ਉਮਰ ਵਿੱਚ ਜਮਾਇਤੀ ਨਾਲ ਸੰਬੰਧਿਤ ਇੱਕ ਖੋਜ ਕੀਤੀ, ਉਸ ਦਾ ਪ੍ਰਮਾਣ ਵੀ ਕੱਢਿਆ। 16 ਸਾਲ ਦੀ ਉਮਰ ਵਿੱਚ ਉਹ ਗਣਿਤ ਦੇ ਕਠਿਨ ਤੋਂ ਕਠਿਨ ਸਵਾਲ ਨੂੰ ਬੜੀ ਆਸਾਨੀ ਨਾਲ ਹੱਲ ਕਰ ਲੈਂਦੇ ਸਨ। ਐਲਬਰਟ ਆਇਨਸਟਾਈਨ ਦੀ ਸੈਕੰਡਰੀ ਪੜ੍ਹਾਈ 16 ਸਾਲ ਤੱਕ ਦੀ ਉਮਰ ਤੱਕ ਖਤਮ ਹੋ ਚੁੱਕੀ ਸੀ। ਉਹਨਾਂ ਨੂੰ ਸਕੂਲ ਪਸੰਦ ਨਹੀਂ ਸੀ। ਉਹ ਬਿਨਾਂ ਕਿਸੇ ਨੂੰ ਪਰੇਸ਼ਾਨ ਕੀਤੇ ਵਿਸ਼ਵ ਵਿਦਿਆਲਿਆ ਵਿੱਚ ਜਾਣ ਦੇ ਅਵਸਰ ਲੱਭਣ ਦੀ ਯੋਜਨਾ ਬਣਾਉਣ ਲੱਗੇ। ਉਹਨਾਂ ਦੇ ਅਧਿਆਪਕ ਨੇ ਉੱਥੋਂ ਉਹਨਾਂ ਨੂੰ ਹਟਾ ਦਿੱਤਾ ਕਿਉਂਕਿ ਉਹਨਾਂ ਦਾ ਵਿਵਹਾਰ ਚੰਗਾ ਨਹੀਂ ਸੀ, ਜਿਸ ਦੇ ਕਾਰਨ ਉਹਨਾਂ ਦੇ ਸਹਿਪਾਠੀ ਪ੍ਰਭਾਵਿਤ ਹੁੰਦੇ ਸਨ। ਐਲਬਰਟ ਆਇਨਸਟਾਈਨ ਸਵਿਟਜ਼ਰਲੈਂਡ ਦੇ ਜ਼ਿਊਰਿਖ ਫੈਡਰਲ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਜਾਣ ਦੇ ਲਈ ਯਤਨ ਕਰਨ ਲੱਗ ਪਏ। ਉੱਥੋਂ ਦੇ ਦਾਖਲੇ ਦੀ ਪ੍ਰੀਖਿਆ ਵਿੱਚ ਸਫਲ ਹੋਏ। ਫਿਰ ਉਹਨਾਂ ਦੇ ਇੱਕ ਅਧਿਆਪਕ ਦੀ ਸਲਾਹ 'ਤੇ ਪਹਿਲਾਂ ਉਹਨਾਂ ਨੇ ਸਵਿਟਜ਼ਰਲੈਂਡ ਦੇ ਔਰੋ ਵਿੱਚ ਕੈਂਟੋਨਲ ਸਕੂਲ ਵਿੱਚ ਡਿਪਲੋਮਾ ਪਾਸ ਕੀਤਾ। ਬਾਅਦ ਵਿੱਚ 1896 ਵਿੱਚ ਫੈਡਰਲ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਆਪ ਹੀ ਦਾਖਲਾ ਮਿਲ ਗਿਆ। ਸੰਨ 1900 ਵਿੱਚ ਐਲਬਰਟ ਆਇਨਸਟਾਈਨ ਨੇ ਫੈਡਰਲ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਆਪਣੀ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕੀਤੀ, ਪਰ ਇੱਕ ਅਧਿਆਪਕ ਉਹਨਾਂ ਦੇ ਖਿਲਾਫ ਸੀ। ਉਹਨਾਂ ਦਾ ਕਹਿਣਾ ਸੀ ਕਿ ਆਇਨਸਟਾਈਨ ਯੂਜ਼ੂਅਲ ਯੂਨੀਵਰਸਿਟੀ ਅਸੈਸਮੈਂਟ ਦੇ ਲਈ ਯੋਗ ਨਹੀਂ ਹੈ। ਉਹਨਾਂ ਨੇ ਮਰੀਆਕ ਨਾਲ ਵਿਆਹ ਕੀਤਾ ਜੋ ਕਿ ਜ਼ਿਊਰਖ ਵਿੱਚ ਉਹਨਾਂ ਦੀ ਸਹਿਪਾਠੀ ਸੀ।
ਉਹਨਾਂ ਦੇ 2 ਪੁੱਤਰ ਹੋਏ। ਉਦੋਂ ਉਹ ਬਰਨ ਵਿੱਚ ਹੀ ਸੀ। ਉਹਨਾਂ ਦੀ ਉਮਰ 26 ਸਾਲ ਸੀ। ਉਸ ਸਮੇਂ ਉਹਨਾਂ ਨੇ ਡਾਕਟਰੇਟ ਦੀ ਉਪਾਧੀ ਪ੍ਰਾਪਤ ਕੀਤੀ ਅਤੇ ਆਪਣਾ ਪਹਿਲਾ ਕ੍ਰਾਂਤੀਕਾਰੀ ਵਿਗਿਆਨ ਸੰਬੰਧੀ ਦਸਤਾਵੇਜ਼ ਵੀ ਲਿਖਿਆ। ਐਲਬਰਟ ਆਇਨਸਟਾਈਨ ਨੇ ਬਹੁਤ ਸਾਰੇ ਦਸਤਾਵੇਜ਼ ਲਿਖੇ। ਇਹਨਾਂ ਦਸਤਾਵੇਜ਼ ਤੋਂ ਉਹ ਪ੍ਰਸਿੱਧ ਹੋ ਗਏ। ਉਸ ਨੂੰ ਨੌਕਰੀ ਦੇ ਲਈ ਯੂਨੀਵਰਸਿਟੀ ਵਿੱਚ ਕਾਫੀ ਮਿਹਨਤ ਕਰਨੀ ਪਈ। ਸੰਨ 1909 ਵਿੱਚ ਬਰਨ ਯੂਨੀਵਰਸਿਟੀ ਵਿੱਚ ਲੈਕਚਰਰ ਦੀ ਨੌਕਰੀ ਤੋਂ ਬਾਅਦ ਆਇਨਸਟਾਈਨ ਨੇ ਜ਼ਿਊਰਿਖ ਦੀ ਯੂਨੀਵਰਸਿਟੀ ਵਿੱਚ ਸੰਯੋਗੀ ਅਧਿਆਪਕ ਦੇ ਲਈ ਆਪਣਾ ਨਾਮ ਦਿੱਤਾ। ਆਇਨਸਟਾਈਨ ਦਾ ਉਹਨਾਂ ਦੀ ਪਤਨੀ ਮਰਿਆਕ ਨਾਲ ਤਲਾਕ ਹੋ ਗਿਆ। ਉਹਨਾਂ ਨੇ 1919 ਵਿੱਚ ਇਲਾਸਾ ਨਾਲ ਵਿਆਹ ਕਰ ਲਿਆ। ਉਹਨਾਂ ਨੇ 1939 ਵਿੱਚ ਐਟੋਮਿਕ ਬੰਬ ਦੀ ਸੰਰਚਨਾ ਵਿੱਚ ਆਪਣਾ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ। ਸੰਨ 1945 ਵਿੱਚ ਆਇਨਸਟਾਈਨ ਨੇ ਆਪਣੇ ਪ੍ਰਸਿੱਧ ਸਮੀਕਰਨ E=mc² ਦੀ ਖੋਜ ਕੀਤੀ। ਇਸ ਤੋਂ ਬਾਅਦ ਇਹਨਾਂ ਦੀ ਖੋਜਾਂ ਹੀ ਐਲਬਰਟ ਆਇਨਸਟਾਈਨ ਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ, ਜਿਨ੍ਹਾਂ ਦੇ ਕਾਰਨ ਉਹਨਾਂ ਦਾ ਨਾਮ ਪ੍ਰਸਿੱਧ ਵਿਗਿਆਨੀਆਂ ਵਿੱਚ ਗਿਣਿਆ ਜਾਣ ਲੱਗਿਆ। ਆਇਨਸਟਾਈਨ ਨੇ ਪ੍ਰਕਾਸ਼ ਦੀ ਕੁਆਂਟ ਥਿਊਰੀ ਦਿੱਤੀ। ਇਸ ਤੋਂ ਇਲਾਵਾ E=mc² ਦੀ ਖੋਜ ਕੀਤੀ। ਆਇਨਸਟਾਈਨ ਨੇ ਦ੍ਰਵਮਾਨ ਅਤੇ ਊਰਜਾ ਦੇ ਵਿਚਕਾਰ ਇੱਕ ਸਮੀਕਰਨ ਪ੍ਰਮਾਣਿਤ ਕੀਤੀ। ਉਸ ਨੂੰ ਅੱਜ ਨਿਊਕਲੀਅਰ ਊਰਜਾ ਕਿਹਾ ਜਾਂਦਾ ਹੈ। ਉਸ ਨੇ ਸਪੈਸ਼ਲ ਥਿਊਰੀ ਆਫ ਰਿਲੇਟਿਵਿਟੀ ਈਜਾਦ ਕੀਤੀ। ਇਸ ਥਿਊਰੀ ਵਿੱਚ ਸਮੇਂ ਅਤੇ ਗਤੀ ਦੇ ਸੰਬੰਧ ਨੂੰ ਸਮਝਾਇਆ ਜਾਂਦਾ ਹੈ। ਬ੍ਰਹਿਮੰਡ ਵਿੱਚ ਪ੍ਰਕਾਸ਼ ਦੀ ਗਤੀ ਨੂੰ ਨਿਯੰਤਰ ਅਤੇ ਪ੍ਰਕਿਰਤੀ ਦੇ ਨਿਯਮ ਅਨੁਸਾਰ ਦੱਸਿਆ ਹੈ। ਇਸ ਤੋਂ ਇਲਾਵਾ ਆਇਨਸਟਾਈਨ ਨੇ ਕੁਦਰਤ ਨਾਲ ਜੁੜੀਆਂ ਅਨੇਕਾਂ ਹੀ ਕਾਢਾਂ ਅਤੇ ਖੋਜਾਂ ਕੀਤੀਆਂ। ਐਲਬਰਟ ਆਇਨਸਟਾਈਨ ਪੁਰਸਕਾਰ ਐਲਬਰਟ ਆਇਨਸਟਾਈਨ ਨੂੰ ਭੌਤਿਕੀ ਦਾ ਨੋਬਲ ਪੁਰਸਕਾਰ 1921 ਵਿੱਚ ਮਿਲਿਆ। ਕੋਪਲੇ ਮੈਡਲ 1925 ਵਿੱਚ, ਮੈਕਸ ਪਲਾਕ ਮੈਡਲ ਸੰਨ 1929 ਵਿੱਚ ਮਿਲਿਆ। ਉਸ ਨੂੰ ਸ਼ਤਾਬਦੀ ਦੇ ਟਾਈਮ ਪਰਸਨ ਦਾ ਪੁਰਸਕਾਰ 1929 ਵਿੱਚ ਮਿਲਿਆ। ਮੌਤ ਜਰਮਨ ਵਿੱਚ ਜਦੋਂ ਹਿਟਲਰ ਸ਼ਾਹੀ ਦਾ ਸਮਾਂ ਆਇਆ ਤਾਂ ਐਲਬਰਟ ਆਇਨਸਟਾਈਨ ਨੂੰ ਯਹੂਦੀ ਹੋਣ ਕਾਰਨ ਜਰਮਨੀ ਛੱਡ ਕੇ ਅਮਰੀਕਾ ਦੇ ਨਿਊ ਜਰਸੀ ਵਿੱਚ ਆ ਜਾਣਾ ਪਿਆ ਅਤੇ ਉੱਥੇ ਹੀ ਉਹਨਾਂ ਦੀ ਐਲਬਰਟ ਆਇਨਸਟਾਈਨ ਉੱਥੋਂ ਦੇ ਪ੍ਰਿਸਟਲ ਕਾਲਜ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ ਅਤੇ ਉਸ ਸਮੇਂ 18 ਅਪ੍ਰੈਲ 1955 ਵਿੱਚ ਉਹਨਾਂ ਦੀ ਮੌਤ ਹੋ ਗਈ। ਠੀਕ ਹੈ ਜੀ। ਫਿਰ ਇੱਕ ਵਾਰੀ ਅੰਦਰ ਆਪਾਂ ਤੇ ਪੜ੍ਹ ਲੈਂਦੇ ਹਾਂ ਜੀ। ਐਲਬਰਟ ਆਇਨਸਟਾਈਨ ਦਾ ਜਨਮ ਇੱਕ ਨੰਬਰ ਦੇ ਕੁਐਸਚਨ ਆ ਸਕਦਾ 14 ਮਾਰਚ 1879 ਵਿੱਚ ਜਰਮਨੀ ਦੇ ਉਲਾਮ ਸ਼ਹਿਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਹੈਰੀਮਨ ਆਇਨਸਟਾਈਨ ਸੀ। ਮਾਤਾ ਦਾ ਨਾਂ ਪੌਲੀਨ ਸੀ। ਉਹ ਜਰਮਨੀ ਦੇ ਮਿਊਚਰ ਸ਼ਹਿਰ ਵਿੱਚ ਵੱਡੇ ਹੋਏ। ਸਿੱਖਿਆ ਵਿੱਚ ਪਹਿਲਾਂ ਬਹੁਤ ਹੀ ਕਮਜ਼ੋਰ ਹੁੰਦੇ ਸਨ। ਪੜ੍ਹਾਈ 'ਚ 9 ਸਾਲ ਤੱਕ ਤਾਂ ਉਹਨਾਂ ਨੂੰ ਬੋਲਣਾ ਹੀ ਨਹੀਂ ਆਉਂਦਾ ਸੀ। ਉਹ ਪ੍ਰਕਿਰਤੀ ਦੇ ਨਿਯਮਾਂ ਕੰਪਾਸਾਂ ਦੀ ਸੂਈ ਦੀ ਦਿਸ਼ਾ ਵਿੱਚ ਹੀ ਮੰਤਰ-ਮੁਗਧ ਲੱਗੇ ਰਹਿੰਦੇ ਸਨ। ਫਿਰ 12 ਸਾਲ ਦੀ ਉਮਰ ਵਿੱਚ ਜਮਾਇਤੀ ਦੇ ਸੰਬੰਧਿਤ ਇੱਕ ਖੋਜ ਕੀਤੀ ਅਤੇ ਉਸ ਦਾ ਪ੍ਰਮਾਣ ਵੀ ਕੱਢ ਦਿੱਤਾ ਜੀ ਉਹਨਾਂ ਨੇ। 16 ਸਾਲ ਦੀ ਉਮਰ ਵਿੱਚ ਉਹ ਗਣਿਤ ਦੇ ਕਠਿਨ ਤੋਂ ਕਠਿਨ ਸਵਾਲ ਨੂੰ ਬੜੀ ਆਸਾਨੀ ਨਾਲ ਹੱਲ ਕਰ ਲੈਂਦੇ ਸਨ। ਐਲਬਰਟ ਆਇਨਸਟਾਈਨ ਦੀ ਸੈਕੰਡਰੀ ਪੜ੍ਹਾਈ ਜੀ 16 ਸਾਲ ਦੀ ਉਮਰ ਤੱਕ ਖਤਮ ਹੋ ਚੁੱਕੀ ਸੀ। ਉਹਨਾਂ ਨੂੰ ਸਕੂਲ ਪਸੰਦ ਨਹੀਂ ਸੀ ਅਤੇ ਉਹ ਬਿਨਾਂ ਕਿਸੇ ਨੂੰ ਪਰੇਸ਼ਾਨ ਕੀਤੇ ਵਿਸ਼ਵਵਿਦਿਆਲਿਆ ਵਿੱਚ ਜਾਣ ਦੇ ਅਵਸਰ ਲੱਭਣ ਦੀ ਯੋਜਨਾ ਬਣਾਉਂਦੇ ਸਨ। ਉਹਨਾਂ ਦੇ ਅਧਿਆਪਕ ਨੇ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਕਿਉਂਕਿ ਉਹਨਾਂ ਦਾ ਵਿਵਹਾਰ ਚੰਗਾ ਨਹੀਂ ਸੀ, ਜਿਸ ਦੇ ਕਾਰਨ ਉਹਨਾਂ ਦੇ ਸਹਿਪਾਠੀ ਪ੍ਰਭਾਵਿਤ ਹੁੰਦੇ ਸਨ। ਐਲਬਰਟ ਆਇਨਸਟਾਈਨ ਸਵਿਟਜ਼ਰਲੈਂਡ ਦੇ ਜ਼ਿਊਰਿਖ ਵਿੱਚ ਫੈਡਰਲ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਜਾਣ ਦੇ ਲਈ ਯਤਨ ਕਰਨ ਲੱਗ ਪਏ, ਪਰ ਉੱਥੋਂ ਦੇ ਦਾਖਲੇ ਦੀ ਪ੍ਰੀਖਿਆ ਵਿੱਚ ਅਸਫਲ ਹੋਏ। ਫਿਰ ਉਹਨਾਂ ਦੇ ਇੱਕ ਅਧਿਆਪਕ ਦੀ ਸਲਾਹ 'ਤੇ ਪਹਿਲਾਂ ਉਹਨਾਂ ਨੇ ਸਵਿਟਜ਼ਰਲੈਂਡ ਦੇ ਆਰੋ ਵਿੱਚ ਕੈਂਟੋਨਲ ਸਕੂਲ ਵਿੱਚ ਡਿਪਲੋਮਾ ਪਾਸ ਕੀਤਾ। ਬਾਅਦ ਵਿੱਚ 1896 ਵਿੱਚ ਫੈਡਰਲ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਆਪ ਹੀ ਦਾਖਲਾ ਉਹਨਾਂ ਨੂੰ ਹੀ ਮਿਲ ਗਿਆ। ਸੰਨ 1900 ਵਿੱਚ ਐਲਬਰਟ ਆਇਨਸਟਾਈਨ ਨੇ ਫੈਡਰਲ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਆਪਣੀ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕੀਤੀ, ਪਰ ਇੱਕ ਅਧਿਆਪਕ ਉਹਨਾਂ ਦੇ ਖਿਲਾਫ ਸੀ। ਉਹਨਾਂ ਦਾ ਕਹਿਣਾ ਸੀ ਕਿ ਆਇਨਸਟਾਈਨ ਯੂਜ਼ਲ ਯੂਨੀਵਰਸਿਟੀ ਅਸੈਸਮੈਂਟ ਦੇ ਲਈ ਯੋਗ ਨਹੀਂ ਹੈ। ਉਹਨਾਂ ਨੇ ਮਰਿਆਕ ਨਾਲ ਵਿਆਹ ਕੀਤਾ ਜੋ ਕਿ ਜ਼ਿਊਰਿਖ ਵਿੱਚ ਉਹਨਾਂ ਦੀ ਸਹਿਪਾਠੀ ਸੀ। ਜ਼ਿਊਰਿਚ ਵਿੱਚ ਹੀ ਉਹਨਾਂ ਦੇ 2 ਪੁੱਤਰ ਹੋਏ। ਉਦੋਂ ਉਹ ਬਰਨ ਵਿੱਚ ਹੀ ਸਨ। ਉਹਨਾਂ ਦੀ ਉਮਰ 26 ਸਾਲ ਸੀ। ਉਸ ਸਮੇਂ ਉਹਨਾਂ ਨੇ ਡਾਕਟਰੇਟ ਦੀ ਉਪਾਧੀ ਪ੍ਰਾਪਤ ਕੀਤੀ ਅਤੇ ਆਪਣਾ ਪਹਿਲਾ ਕ੍ਰਾਂਤੀਕਾਰੀ ਵਿਗਿਆਨ ਸੰਬੰਧੀ ਦਸਤਾਵੇਜ਼ ਲਿਖਿਆ। ਐਲਬਰਟ ਆਇਨਸਟਾਈਨ ਨੇ ਬਹੁਤ ਸਾਰੇ ਦਸਤਾਵੇਜ਼ ਲਿਖੇ। ਇਹਨਾਂ ਦਸਤਾਵੇਜ਼ 'ਤੇ ਉਹ ਪ੍ਰਸਿੱਧ ਹੋ ਗਏ ਅਤੇ ਉਹਨਾਂ ਨੂੰ ਨੌਕਰੀ ਦੇ ਲਈ ਯੂਨੀਵਰਸਿਟੀ ਵਿੱਚ ਕਾਫੀ ਮਿਹਨਤ ਕਰਨੀ ਪਈ। ਸੰਨ 1900 ਵਿੱਚ ਬਰਨ ਯੂਨੀਵਰਸਿਟੀ ਵਿੱਚ ਲੈਕਚਰਰ ਦੀ ਨੌਕਰੀ ਤੋਂ ਬਾਅਦ ਆਇਨਸਟਾਈਨ ਨੇ ਜ਼ਿਊਰਿਚ ਦੀ ਯੂਨੀਵਰਸਿਟੀ ਵਿੱਚ ਸੰਯੋਗੀ ਅਧਿਆਪਕ ਦੇ ਲਈ ਆਪਣਾ ਨਾਮ ਦਿੱਤਾ। ਆਇਨਸਟਾਈਨ ਦਾ ਉਹਨਾਂ ਦੀ ਪਤਨੀ ਮਰਿਆਕ ਨਾਲ ਹੀ ਤਲਾਕ ਹੋ ਗਿਆ। ਫਿਰ ਉਹਨਾਂ ਨੇ 1919 ਵਿੱਚ ਦੂਜਾ ਵਿਆਹ ਇਲਾਸਾ ਨਾਲ ਕਰਾ ਲਿਆ ਜੀ। ਉਹਨਾਂ ਨੇ 1939 ਵਿੱਚ ਐਟੋਮਿਕ ਬੰਬ ਦੀ ਸੰਰਚਨਾ ਵਿੱਚ ਆਪਣਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਦਿੱਤਾ। ਸੰਨ 1945 ਵਿੱਚ ਆਇਨਸਟਾਈਨ ਨੇ ਆਪਣੇ ਪ੍ਰਸਿੱਧ ਸਮੀਕਰਨ E=mc² ਦੀ ਖੋਜ ਕੀਤੀ। ਖੋਜਾਂ ਉਹਨਾਂ ਨੇ ਕੀਤੀਆਂ। ਐਲਬਰਟ ਆਇਨਸਟਾਈਨ ਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ, ਜਿਨ੍ਹਾਂ ਦੇ ਕਾਰਨ ਉਹਨਾਂ ਨਾਮ ਪ੍ਰਸਿੱਧ ਵਿਗਿਆਨੀਆਂ ਵਿੱਚ ਗਿਣਿਆ ਜਾਣ ਲੱਗਿਆ। ਆਇਨਸਟਾਈਨ ਨੇ ਪ੍ਰਕਾਸ਼ ਦੀ ਕੁਆਂਟ ਦੀ ਥਿਊਰੀ ਦੇ ਦਿੱਤੀ ਉਹਨਾਂ ਨੇ।
A = MC2 ਦੀ ਖੋਜ, ਇਹ ਕੁਐਸਚਨ ਮਹੱਤਵਪੂਰਨ 1 ਨੰਬਰ 'ਚ ਆ ਸਕਦਾ। A = MC2 ਦੀ ਖੋਜ ਕਿਸ ਨੇ ਕੀਤੀ? ਆਇਨਸਟਾਈਨ ਨੇ ਦ੍ਰਮਯਮਾਨ ਦੀ ਊਰਜਾ ਦੇ ਵਿਚਕਾਰ ਸਮੀਕਰਨ ਪ੍ਰਮਾਣਿਤ ਕੀਤਾ। ਉਸ ਨੂੰ ਅੱਜ ਨਿਊਕਲੀਅਰ ਊਰਜਾ ਕਿਹਾ ਜਾਂਦਾ ਹੈ। ਉਹਨਾਂ ਨੇ ਸਪੈਸ਼ਲ ਥਿਊਰੀ ਆਫ ਰਿਲੇਟੀਵਿਟੀ ਈਜਾਦ ਕੀਤੀ। ਇਸ ਥਿਊਰੀ ਵਿੱਚ ਸਮੇਂ ਅਤੇ ਗਤੀ ਦੇ ਸੰਬੰਧ ਨੂੰ ਸਮਝਾਇਆ ਗਿਆ। ਬ੍ਰਹਿਮੰਡ ਵਿੱਚ ਪ੍ਰਕਾਸ਼ ਦੀ ਗਤੀ ਨੂੰ ਨਿਰੰਤਰ ਅਤੇ ਪ੍ਰਕਿਰਤੀ ਦੇ ਨਿਯਮ ਅਨੁਸਾਰ ਦੱਸਿਆ ਗਿਆ। ਇਸ ਤੋਂ ਇਲਾਵਾ ਆਇਨਸਟਾਈਨ ਨੇ ਕੁਦਰਤ ਨਾਲ ਜੁੜੀਆਂ ਅਨੇਕਾਂ ਹੀ ਖੋਜਾਂ ਕੀਤੀਆਂ। ਐਲਬਰਟ ਆਇਨਸਟਾਈਨ ਪੁਰਸਕਾਰ, ਉਹਨਾਂ ਨੂੰ ਪੁਰਸਕਾਰ ਵੇਖ ਲਓ ਜੀ। ਐਲਬਰਟ ਆਇਨਸਟਾਈਨ ਨੂੰ ਨੋਬਲ ਵੀ ਮਿਲਿਆ ਸੀ 1921 ਵਿੱਚ। 1925 ਵਿੱਚ ਕੋਪਲੇ ਮਿਲਿਆ ਜੀ। ਮੈਕਸ ਪਲਾਕ ਮਿਲਿਆ 1929 ਵਿੱਚ। ਸ਼ਤਾਬਦੀ ਦੀ ਟਾਈਮ ਪਰਸਨ 1929 ਵਿੱਚ ਮਿਲਿਆ। ਮੌਤ ਜੀ ਜਦੋਂ ਜਰਮਨ ਵਿੱਚ ਹਿਟਲਰ ਦਾ ਸਮਾਂ ਆਇਆ ਅਤੇ ਐਲਬਰਟ ਆਇਨਸਟਾਈਨ ਜੋ ਯਹੂਦੀ ਸੀ, ਹਿਟਲਰ ਜੋ ਨਾਜ਼ੀ ਸੀ ਅਤੇ ਨਾਜ਼ੀ ਜੋ ਇਹ ਯਹੂਦੀਆਂ ਖਿਲਾਫ ਬਹੁਤ ਹੀ ਯਹੂਦੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਸਨ, ਅਤੇ ਇਸ ਲਈ ਹੀ ਜਦੋਂ ਉਹ ਜਰਮਨੀ ਛੱਡ ਕੇ ਹੀ ਅਮਰੀਕਾ ਦੇ ਨਿਊ ਜਰਸੀ ਵਿੱਚ ਆ ਗਏ ਅਤੇ ਉੱਥੋਂ ਦੇ ਇੱਕ ਕਾਲਜ ਪ੍ਰਿੰਸਟਨ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ, ਅਤੇ 18 ਅਪ੍ਰੈਲ 1955 ਵਿੱਚ ਉਹਨਾਂ ਦੀ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਫੋਰਥ ਮੈਰੀ ਕਿਊਰੀ ਬਾਰੇ। ਮੈਰੀ ਕਿਊਰੀ ਦਾ ਜਨਮ ਦਾ ਨਾਮ ਹੀ ਮੈਰੀ ਸਲੋਮੀ ਸਕਲੋਡੋਵਾਸਕਾ ਸੀ। ਉਹ ਇੱਕ ਭੌਤਿਕੀ ਵਿਗਿਆਨੀ ਅਤੇ ਰਸਾਇਣ ਸ਼ਾਸਤਰੀ ਸੀ। ਵਿਗਿਆਨ ਦੀਆਂ 2 ਸ਼ਾਖਾਵਾਂ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ ਉਹ ਪਹਿਲੀ ਵਿਗਿਆਨਿਕ ਹੈ। ਮੈਰੀ ਕਿਊਰੀ ਦਾ ਜਨਮ 7 ਨਵੰਬਰ 1867 ਨੂੰ ਪੋਲੈਂਡ ਦੇ ਵਾਰਸ਼ਾ ਸ਼ਹਿਰ ਵਿੱਚ ਹੋਇਆ, ਜੋ ਉੱਥੋਂ ਦੀ ਰਾਜਧਾਨੀ ਹੈ ਪੋਲੈਂਡ ਦੀ ਜੀ। ਉਸ ਦੀ ਮਾਤਾ ਦਾ ਨਾਂ ਬਰੋਨਿਸਲਾਵਾ ਸਕਲੋਡੋਵਾਸਕਾ ਸੀ ਅਤੇ ਪਿਤਾ ਦਾ ਨਾਂ ਵਾਲਡੀਸਲਾਵ ਸਕਲੋਡੋਵਾਸਕੀ ਸੀ। ਮੈਡਮ ਕਿਊਰੀ ਰਸ਼ੀਅਨ ਮਹਿਲਾ ਸੀ। ਉਹਨਾਂ ਦੇ ਮਾਤਾ ਪਿਤਾ ਚੰਗੇ ਅਧਿਆਪਕ ਸਨ। ਮਾਂ ਅਧਿਆਪਿਕਾ ਅਤੇ ਪਿਤਾ ਪ੍ਰੋਫੈਸਰ ਸਨ। ਉਹ ਬਚਪਨ ਵਿੱਚ ਹੀ ਪੜ੍ਹਾਈ ਵਿੱਚ ਤੇਜ਼ ਸੀ। ਉਹ ਸਾਰੀਆਂ ਆਰੰਭਿਕ ਜਮਾਤਾਂ ਵਿੱਚ ਅੱਵਲ ਰਹੀ, ਪਰ ਬਚਪਨ ਵਿੱਚ ਹੀ ਘਰ ਦੀ ਆਰਥਿਕ ਸਥਿਤੀ ਦੇ ਕਾਰਨ ਉਹਨਾਂ ਨੂੰ ਆਪਣੀ ਭੈਣ ਦੇ ਕੋਲ ਪੜ੍ਹਨ ਲਈ ਪੈਰਿਸ ਜਾਣਾ ਪਿਆ। ਆਰਥਿਕ ਤੰਗੀ ਦਾ ਵਾਸਤਵਿਕ ਕਾਰਨ ਸੀ ਪਿਤਾ ਦਾ ਸ਼ਾਸਨ ਦੀ ਸ਼ੋਸ਼ਣ ਨੀਤੀ ਦੇ ਵਿਰੁੱਧ ਆਵਾਜ਼ ਉਠਾਉਣਾ। ਮੈਰੀ ਦੇ ਪਿਤਾ ਦੇਸ਼ ਭਗਤ ਸੀ। ਉਹਨਾਂ ਨੂੰ ਜਨਤਾ ਦੇ ਪ੍ਰਤੀ ਹੋ ਰਹੀ ਬੇਇਨਸਾਫੀ ਪਸੰਦ ਨਹੀਂ ਸੀ। ਉਹਨਾਂ ਦੀ ਇਸ ਵਿਦਰੋਹੀ ਨੀਤੀ ਦੇ ਕਾਰਨ ਹੀ ਉਹਨਾਂ ਦੀ ਤਨਖਾਹ ਅੱਧੀ ਕਰ ਦਿੱਤੀ ਗਈ। ਮੈਰੀ ਕਿਊਰੀ ਫਰਾਂਸ ਵਿੱਚ ਡਾਕਟਰੇਟ ਪੂਰੀ ਕਰਨ ਵਾਲੀ ਪਹਿਲੀ ਮਹਿਲਾ ਸੀ। ਉਸ ਨੂੰ ਪੈਰਿਸ ਵਿਸ਼ਵਵਿਦਿਆਲਾ ਵਿੱਚ ਪ੍ਰੋਫੈਸਰ ਬਣਨ ਵਾਲੀ ਪਹਿਲੀ ਮਹਿਲਾ ਹੋਣ ਦਾ ਵੀ ਗੌਰਵ ਪ੍ਰਾਪਤ ਹੋਇਆ। ਇੱਥੇ ਹੀ ਉਸ ਦੀ ਮੁਲਾਕਾਤ ਪੀਅਰੇ ਕਿਊਰੀ ਨਾਲ ਹੋਈ, ਜੋ ਉਸ ਦੇ ਪਤੀ ਬਣੇ। ਇਹਨਾਂ ਦੋਹਾਂ ਨੇ ਮਿਲ ਕੇ 1898 ਵਿੱਚ ਪੋਲੀਅਮ ਨਾਂ ਦੀ ਮਹੱਤਵਪੂਰਨ ਖੋਜ ਕੀਤੀ। ਕੁਝ ਮਹੀਨੇ ਬਾਅਦ ਉਹਨਾਂ ਨੇ ਰੇਡੀਅਮ ਦੀ ਖੋਜ ਕੀਤੀ, ਜੋ ਕਿ ਚਿਕਿਤਸਾ ਵਿਗਿਆਨ ਦੇ ਰੋਗਾਂ ਦੇ ਇਲਾਜ ਵਿੱਚ ਇੱਕ ਮਹੱਤਵਪੂਰਨ ਕ੍ਰਾਂਤੀਕਾਰੀ ਖੋਜ ਸਾਬਤ ਹੋਈ। 1903 ਵਿੱਚ ਪੈਰੀ ਕਿਊਰੀ ਨੇ PhD ਪੂਰੀ ਕਰ ਲਈ। ਇਸੇ ਸਾਲ ਪੈਰੀ ਕਿਊਰੀ ਅਤੇ ਉਸਦੇ ਪਤੀ ਨੂੰ ਰੇਡੀਓ ਐਕਟੀਵਿਟੀ ਦੀ ਖੋਜ ਦੇ ਲਈ ਭੌਤਿਕੀ ਦਾ ਨੋਬਲ ਪੁਰਸਕਾਰ ਮਿਲਿਆ। 1911 ਵਿੱਚ ਉਹਨਾਂ ਨੂੰ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਰੇਡੀਅਮ ਦੇ ਸ਼ੁੱਧੀਕਰਨ ਦੇ ਲਈ ਰਸਾਇਣ ਸ਼ਾਸਤਰ ਦਾ ਨੋਬਲ ਪੁਰਸਕਾਰ ਮਿਲਿਆ। ਦੇਖੋ, ਫਿਜ਼ਿਕਸ ਅਤੇ ਕੈਮਿਸਟਰੀ ਦੋਵਾਂ ਦਾ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ ਜੀ। ਮੈਰੀ ਕਿਊਰੀ ਦਾ ਸਫ਼ਰ ਇੰਨਾ ਆਸਾਨ ਨਹੀਂ ਸੀ। ਆਰਥਿਕ ਸਥਿਤੀ ਸੁਧਾਰਨ ਲਈ ਉਹ ਅਧਿਐਨ ਕਾਲ ਵਿੱਚ ਹੀ ਕੁਝ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਸੀ। ਪਤੀ ਦੀ ਮੌਤ ਤੋਂ ਬਾਅਦ ਉਸ ਉੱਤੇ ਹੋਰ ਵੀ ਜ਼ਿੰਮੇਵਾਰੀਆਂ ਵੱਧ ਗਈਆਂ। ਮੈਰੀ ਕਿਊਰੀ ਦੀ ਆਦਰਸ਼ ਸਿੱਖਿਆ ਦਾ ਹੀ ਪ੍ਰਮਾਣ ਸੀ ਕਿ ਉਸ ਦੀਆਂ ਦੋਨੋਂ ਬੇਟੀਆਂ ਨੂੰ ਵੀ ਨੋਬਲ ਪੁਰਸਕਾਰ ਪ੍ਰਾਪਤ ਹੋਇਆ। ਵੱਡੀ ਬੇਟੀ ਆਇਰਨ ਨੂੰ 1935 ਵਿੱਚ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਹੋਇਆ ਅਤੇ ਛੋਟੀ ਬੇਟੀ ਈਰੀਵ ਨੂੰ 1965 ਵਿੱਚ ਸ਼ਾਂਤੀ ਦੇ ਲਈ ਨੋਬਲ ਪੁਰਸਕਾਰ ਪ੍ਰਾਪਤ ਹੋਇਆ। ਮੈਰੀ ਕਿਊਰੀ ਦਾ ਹੀ ਇੱਕ ਸਿਰਫ ਐਸਾ ਪਰਿਵਾਰ ਹੈ ਜਿਸ ਦੇ ਸਾਰੇ ਮੈਂਬਰਾਂ ਨੂੰ ਨੋਬਲ ਪੁਰਸਕਾਰ ਪ੍ਰਾਪਤ ਹੋਇਆ। ਮੈਰੀ ਕਿਊਰੀ ਦਾ ਯੋਗਦਾਨ। ਮੈਰੀ ਕਿਊਰੀ ਦੇ ਦੁਆਰਾ ਪੈਰਿਸ ਵਿੱਚ ਕਿਊਰੀ ਫਾਊਂਡੇਸ਼ਨ ਦਾ ਸਫਲ ਨਿਰਮਾਣ ਕੀਤਾ ਗਿਆ, ਜਿੱਥੇ ਉਹਨਾਂ ਦੀ ਭੈਣ ਮਰੋਨਿਆ ਨੂੰ ਨਿਰਦੇਸ਼ਕ ਬਣਾਇਆ ਗਿਆ। ਆਪਣੇ ਪਤੀ ਪਿਆਰੇ ਕਿਊਰੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੈਰੀ ਕਿਊਰੀ ਅਮਰੀਕਾ ਗਈ। ਉੱਥੇ ਉਸ ਨੂੰ ਬਹੁਤ ਸਨਮਾਨ ਮਿਲਿਆ। ਅਮਰੀਕਾ ਦੇ ਰਾਸ਼ਟਰਪਤੀ ਦੁਆਰਾ ਮੈਡਮ ਕਿਊਰੀ ਨੂੰ ਰੇਡੀਅਮ ਦਾ ਉਹ ਅਨਮੋਲ ਧਾਤੂ ਪ੍ਰਦਾਨ ਕੀਤਾ ਗਿਆ, ਜੋ ਕਿ ਪੂਰੀ ਦੁਨੀਆ ਵਿੱਚ ਬਹੁਤ ਹੀ ਘੱਟ ਅਤੇ ਮੁੱਲਵਾਨ ਵਸਤੂ ਹੈ। ਨਾਲ ਹੀ ਇਹ ਵੀ ਕਿਹਾ ਗਿਆ ਕਿ ਇਹ ਅਨਮੋਲ ਧਾਤੂ ਉੱਤੇ ਮੈਡਮ ਕਿਊਰੀ ਤੋਂ ਬਾਅਦ ਉਹਨਾਂ ਦੀ ਬੇਟੀਆਂ ਦਾ ਹੱਕ ਹੋਵੇਗਾ, ਪਰੰਤੂ ਮੈਡਮ ਕਿਊਰੀ ਨੇ ਇਸ ਧਾਤੂ ਨੂੰ ਫਰਾਂਸ ਦੀ ਇੱਕ ਲੈਬੋਰੇਟਰੀ ਵਿੱਚ ਜਮ੍ਹਾਂ ਕਰਵਾ ਦਿੱਤਾ ਅਤੇ ਇਹ ਵੀ ਕਿਹਾ ਕਿ ਇਸ ਦਾ ਪ੍ਰਯੋਗ ਕੇਵਲ ਪਬਲਿਕ ਬੈਨੀਫਿਟਸ ਦੇ ਲਈ ਸੰਸਾਰ ਭਰ ਵਿੱਚ ਕੀਤਾ ਜਾਵੇਗਾ। ਮੈਡਮ ਕਿਊਰੀ ਨੇ ਐਕਸੀਨੀਆ ਹਸਪੀਟਲ ਵਿੱਚ ਬੱਚਿਆਂ ਦੇ ਇਲਾਜ ਲਈ ਬਹੁਤ ਪੈਸੇ ਦਾਨ ਦਿੱਤੇ। 1914 ਵਿੱਚ ਹੋ ਰਹੀ ਵਿਸ਼ਵ ਜੰਗ ਵਿੱਚ ਪੀੜਤਾਂ ਦੀ ਸਹਾਇਤਾ ਲਈ ਵੀ ਉਹਨਾਂ ਨੇ ਸਵੀਡਨ ਵਿੱਚ ਦਾਨ ਦਿੱਤਾ। ਬਸ ਇਹ ਹੀ ਨਹੀਂ, ਯੁੱਧ ਦੇ ਮੋਰਚਿਆਂ ਉੱਤੇ ਉਹ ਖੁਦ ਗਈ ਅਤੇ ਉੱਥੇ ਰੇਡੀਅਮ ਅਤੇ ਐਕਸਰੇ ਦੇ ਇਲਾਜ ਦੇ ਅਨੇਕ ਕੇਂਦਰ ਖੋਲ੍ਹੇ। ਅਨੇਕ ਉਪਲਬਧੀਆਂ ਅਤੇ ਧਨ ਦੌਲਤ ਦੇ ਬਾਵਜੂਦ ਉਹਨਾਂ ਦਾ ਜੀਵਨ ਸਰਲ ਅਤੇ ਸਧਾਰਨ ਸੀ।
ਮੌਤ। ਅਣਥੱਕ ਮਿਹਨਤੀ ਅਤੇ ਲਗਾਤਾਰ ਕੰਮ ਕਰਦੇ ਰਹਿਣ ਦੀ ਵਜ੍ਹਾ ਨਾਲ ਹੀ 4 ਜੁਲਾਈ 1934 ਵਿੱਚ ਐਕਸੈਸ ਰੇਡੀਏਸ਼ਨ ਇਫੈਕਟ ਦੇ ਕਾਰਨ ਮੈਡਮ ਕਿਊਰੀ ਦੀ ਮੌਤ ਹੋ ਗਈ। ਕਹਿੰਦੇ ਹਨ ਕਿ ਰਿਸਰਚ ਦੇ ਸਮੇਂ ਮੈਡਮ ਕਿਊਰੀ ਕਦੇ ਵੀ ਆਪਣੀ ਹੈਲਥ 'ਤੇ ਧਿਆਨ ਨਹੀਂ ਦਿੰਦੀ ਸੀ। ਇਹੀ ਕਾਰਨ ਸੀ ਕਿ ਉਹ ਬਹੁਤ ਜਲਦੀ ਮੌਤ ਦੇ ਕਰੀਬ ਚਲੀ ਗਈ। ਆਪਣੀਆਂ ਮਹੱਤਵਪੂਰਨ ਖੋਜਾਂ ਵਿਗਿਆਨ ਦੀ ਝੋਲੀ ਪਾ ਗਈ। ਅੱਜ ਵੀ ਵਿਗਿਆਨ ਦੇ ਇਤਿਹਾਸ ਵਿੱਚ ਮੈਰੀ ਕਿਊਰੀ ਨੂੰ ਮਾਣ ਨਾਲ ਯਾਦ ਕੀਤਾ ਜਾਂਦਾ ਹੈ। ਹਾਂਜੀ, ਮੈਰੀ ਕਿਊਰੀ ਵਾਲੇ ਆਪਾਂ ਪੜ੍ਹਿਆ ਹੈ, ਇੱਕ ਵਾਰ ਫਿਰ ਤੋਂ ਰੀਡ ਕਰਦੇ ਹਾਂ ਤੇ ਥੋੜ੍ਹਾ। ਮੈਰੀ ਕਿਊਰੀ ਦਾ ਜਨਮ ਜੀ ਦਾ ਨਾਂ ਜੋ ਹੈ ਮੈਰੀ ਸਲੋਮੀ ਸਕਲੋਡਵਾਸਕਾ ਸੀ ਅਤੇ ਉਹ ਭੌਤਿਕ ਅਤੇ ਰਸਾਇਣ ਸ਼ਾਸਤਰੀ ਸੀ। ਵਿਗਿਆਨ ਦੀਆਂ 2 ਸ਼ਾਖਾਵਾਂ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ ਉਹ ਪਹਿਲੀ ਮਹਿਲਾ ਸੀ ਜਿਹਨੂੰ ਹੀ ਫਿਜ਼ਿਕਸ ਅਤੇ ਕੈਮਿਸਟਰੀ, ਭੌਤਿਕੀ ਅਤੇ ਰਸਾਇਣ ਦੋਵੇਂ ਸ਼ਾਸਤਰਾਂ ਵਿੱਚ ਉਹਨਾਂ ਨੂੰ ਹੀ ਨੋਬਲ ਪੁਰਸਕਾਰ ਮਿਲਿਆ। ਉਹਨਾਂ ਦੇ ਮਾਤਾ ਪਿਤਾ ਵੀ ਚੰਗੇ ਅਧਿਆਪਕ ਸਨ। ਦੋਵੇਂ ਹੀ ਮਾਂ ਅਧਿਆਪਿਕਾ ਸੀ ਅਤੇ ਪਿਤਾ ਜੋ ਪ੍ਰੋਫੈਸਰ ਸਨ। ਉਹ ਬਚਪਨ ਵਿੱਚ ਹੀ ਪੜ੍ਹਾਈ ਵਿੱਚ ਤੇਜ਼ ਸੀ। ਸਾਰੀਆਂ ਆਰੰਭਕ ਕਲਾਸਾਂ ਵਿੱਚ ਉਹ ਅਵਲ ਰਹਿੰਦੀ ਸੀ। ਪਰ ਬਚਪਨ ਵਿੱਚ ਹੀ ਘਰ ਦੀ ਆਰਥਿਕ ਤੰਗੀ ਦੇ ਕਾਰਨ ਉਹਨਾਂ ਨੂੰ ਹੀ ਆਪਣੀ ਭੈਣ ਦੇ ਕੋਲ ਪੈਰਿਸ ਪੜ੍ਹਨ ਲਈ ਭੇਜ ਦਿੱਤਾ ਗਿਆ। ਆਰਥਿਕ ਤੰਗੀ ਦਾ ਜੋ ਮੇਨ ਕਾਰਨ ਸੀ ਉਹਨਾਂ ਦੇ ਪਿਤਾ ਦੀ ਜੋ ਉਹ ਦੇਸ਼ ਵਿਰੁੱਧ ਜਾਂ ਸ਼ਾਸਨ ਵਿਰੁੱਧ ਜੋ ਆਵਾਜ਼ ਉਠਾਉਂਦੇ ਸਨ, ਜੋ ਜਨਤਾ ਨਾਲ ਬੇਇਨਸਾਫੀ ਕਰਦੀ ਸੀ। ਫਿਰ ਉਹ ਵੇਖੋ ਜੀ, ਮੈਰੀ ਕਿਊਰੀ ਡਾਕਟਰੇਟ ਕਰਨ ਵਾਲੀ ਪਹਿਲੀ ਮਹਿਲਾ ਬਣੀ। ਉਸ ਨੂੰ ਪੈਰਿਸ ਵਿਸ਼ਵ ਵਿਦਿਆਲਾ ਵਿੱਚ ਪ੍ਰੋਫੈਸਰ ਬਣਨ ਲਈ ਵੀ ਪਹਿਲੀ ਮਹਿਲਾ ਹੋਣ ਦਾ ਗੌਰਵ ਪ੍ਰਾਪਤ ਹੋਇਆ। ਇੱਥੇ ਹੀ ਉਸ ਦੀ ਮੁਲਾਕਾਤ ਪੀਅਰੇ ਕਿਊਰੀ ਨਾਲ ਹੋਈ ਜੋ ਉਸ ਦੇ ਪਤੀ ਬਣੇ ਅਤੇ ਉਹਨਾਂ ਦੋਵਾਂ ਨੇ 1898 ਵਿੱਚ ਪੋਲੀਅਮ ਦੀ ਮਹੱਤਵਪੂਰਨ ਖੋਜ ਕੀਤੀ। ਕੁਝ ਮਹੀਨੇ ਬਾਅਦ ਉਹਨਾਂ ਨੇ ਰੇਡੀਅਮ ਦੀ ਖੋਜ ਕੀਤੀ ਜੋ ਕਿ ਚਿਕਿਤਸਾ ਵਿਗਿਆਨ ਅਤੇ ਰੋਗਾਂ ਦੇ ਇਲਾਜ ਵਿੱਚ ਇੱਕ ਮਹੱਤਵਪੂਰਨ ਕ੍ਰਾਂਤੀਕਾਰੀ ਖੋਜ ਸਾਬਤ ਹੋਈ। 1903 ਵਿੱਚ ਪੈਰੀ ਕਿਊਰੀ ਨੇ PhD ਪੂਰੀ ਕਰ ਲਈ। ਇਸੇ ਸਾਲ ਪੈਰੀ ਕਿਊਰੀ ਅਤੇ ਉਸਦੇ ਪਤੀ ਨੂੰ ਰੇਡੀਓ ਐਕਟੀਵਿਟੀ ਖੋਜ ਦੀ ਲਈ ਭੌਤਿਕੀ ਦਾ ਨੋਬਲ ਪੁਰਸਕਾਰ ਮਿਲਿਆ। 1911 ਵਿੱਚ ਉਹਨਾਂ ਨੂੰ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਰੇਡੀਅਮ ਦੇ ਸ਼ੁੱਧੀਕਰਨ ਦੇ ਲਈ ਰਸਾਇਣ ਸ਼ਾਸਤਰ ਦਾ ਨੋਬਲ ਪੁਰਸਕਾਰ ਵੀ ਮਿਲਿਆ। ਮੈਰੀ ਕਿਊਰੀ ਦਾ ਸਫ਼ਰ ਇੰਨਾ ਆਸਾਨ ਨਹੀਂ ਸੀ ਜੀ। ਉਹ ਕੁਝ ਬੱਚਿਆਂ ਨੂੰ ਵੀ ਟਿਊਸ਼ਨ ਪੜ੍ਹਾਉਂਦੀ ਸੀ ਆਰਥਿਕ ਸਥਿਤੀ ਸੁਧਾਰਨ ਲਈ। ਪਤੀ ਦੀ ਮੌਤ ਤੋਂ ਬਾਅਦ ਉਸਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ, ਪਰ ਉਹਨਾਂ ਦੀ ਆਦਰਸ਼ ਸਿੱਖਿਆ ਇਹ ਸੀ ਕਿ ਉਹਨਾਂ ਦੀ ਦੋਵਾਂ ਬੇਟੀਆਂ ਨੂੰ ਵੀ ਨੋਬਲ ਪੁਰਸਕਾਰ ਮਿਲਿਆ। ਵੱਡੀ ਬੇਟੀ ਨੂੰ 1935 ਵਿੱਚ ਰਸਾਇਣ ਵਿਗਿਆਨ ਵਿੱਚ ਅਤੇ 1965 ਵਿੱਚ ਛੋਟੀ ਬੇਟੀ ਈਰੀਵ ਨੂੰ ਸ਼ਾਂਤੀ ਨੋਬਲ ਪੁਰਸਕਾਰ ਮਿਲਿਆ। ਮੈਰੀ ਕਿਊਰੀ ਦਾ ਇੱਕ ਅਜਿਹਾ ਪਰਿਵਾਰ ਹੈ ਜਿਨ੍ਹਾਂ ਦੇ 4 ਜੀਆਂ ਨੂੰ ਹੀ, ਸਾਰੇ ਮੈਂਬਰਾਂ ਨੂੰ ਹੀ ਨੋਬਲ ਪੁਰਸਕਾਰ ਮਿਲਿਆ। ਉਸ ਤੋਂ ਬਾਅਦ ਇਹ ਯੋਗਦਾਨ ਆਪਾਂ ਪੜ੍ਹੇ ਸਨ ਜੋ ਉਹਨਾਂ ਨੇ ਫਾਊਂਡੇਸ਼ਨ ਬਣਾਇਆ ਕਿਊਰੀ ਨਾਂ ਦਾ। ਆਪਣੇ ਪਤੀ ਪਿਆਰੇ ਦੇ ਸੁਪਨਾ ਪੂਰਾ ਕਰ ਲਈ ਅਮਰੀਕਾ ਗਈ। ਅਮਰੀਕਾ ਉਹਨਾਂ ਨੂੰ ਇੱਕ ਰੇਡੀਅਮ ਦਾ ਮਿਲਿਆ। ਰਾਸ਼ਟਰਪਤੀ ਨੇ ਟੁਕੜਾ ਅਨਮੋਲ ਧਾਤੂ ਦਿੱਤੀ। ਉਸ ਤੋਂ ਬਾਅਦ ਦੇਖੋ ਐਕਸੈਨੀਆ ਹੌਸਪੀਟਲ ਵਿੱਚ ਉਹਨਾਂ ਨੇ ਬਹੁਤ ਸਾਰੇ ਪੈਸੇ ਦਾਨ ਦਿੱਤੇ। 1914 ਵਿੱਚ ਵਿਸ਼ਵ ਜੰਗ ਵਿੱਚ ਵੀ ਉਹਨਾਂ ਨੇ ਸਵੀਡਨ 'ਚ ਦਾਨ ਦਿੱਤਾ। ਇਸ ਤੋਂ ਬਾਅਦ ਜਦੋਂ ਯੁੱਧ ਵਿੱਚ ਉਹ ਖੁਦ ਗਈ ਯੁੱਧ ਦੇ ਮੋਰਚਿਆਂ 'ਤੇ, ਉੱਥੇ ਉਹਨੇ ਰੇਡੀਅਮ ਅਤੇ ਐਕਸਰੇ ਦੇ ਇਲਾਜ ਦੇ ਨੇਕ ਕੇਂਦਰ ਖੋਲ੍ਹੇ ਜੀ। ਮੌਤ ਉਹਨਾਂ ਦੀ 4 ਜੁਲਾਈ 1934 ਵਿੱਚ ਹੀ ਅਣਥੱਕ ਮਿਹਨਤ ਅਤੇ ਲਗਾਤਾਰ ਕੰਮ ਕਰਦੇ ਰਹਿਣ ਕਾਰਨ ਹੋ ਗਈ। ਐਕਸੈਸ ਰੇਡੀਏਸ਼ਨ ਇਫੈਕਟ ਦੇ ਕਾਰਨ ਹੀ ਉਹਨਾਂ ਦੀ ਮੌਤ ਹੋ ਗਈ। ਹਾਂਜੀ, ਲਾਸਟ ਬਿਮਲਾ ਭੁੱਟੀ 5। ਬਿਮਲਾ ਭੁੱਟੀ ਦਾ ਜਨਮ 19 ਸਤੰਬਰ 1933 ਨੂੰ ਮੁਲਤਾਨ, ਪੱਛਮੀ ਪੰਜਾਬ ਵਿੱਚ ਹੋਇਆ। ਮੁਲਤਾਨ ਜੋ ਕਿ ਹੁਣ ਪਾਕਿਸਤਾਨ ਦਾ ਹਿੱਸਾ ਸੀ। ਉਸ ਦੇ ਪਿਤਾ ਦਾ ਨਾਮ ਬੋਧ ਰਾਜ ਅਤੇ ਮਾਤਾ ਦਾ ਨਾਮ ਜਮਨਾ ਦੇਵੀ ਭੁੱਟੀ ਸੀ। ਬਿਮਲਾ ਭੁੱਟੀ ਨੇ ਦਿੱਲੀ ਯੂਨੀਵਰਸਿਟੀ ਤੋਂ BS ਆਨਰਸ ਅਤੇ ਫਿਜ਼ਿਕਸ ਵਿੱਚ MSc ਦੀ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਚੇਰੀ ਸਿੱਖਿਆ ਲਈ ਉਹ ਸ਼ਿਕਾਗੋ ਯੂਨੀਵਰਸਿਟੀ ਵਿਖੇ ਚਲੀ ਗਈ। ਉਸ ਨੇ ਸੁਬਰਾਨੀਅਮ ਚੰਦਰ ਸ਼ੇਖਰ ਦੀ ਦੇਖਰੇਖ ਹੇਠ ਕੰਮ ਕੀਤਾ ਅਤੇ 1962 ਵਿੱਚ ਪਲਾਜ਼ਮਾ ਦੇ ਭੌਤਿਕ ਵਿਗਿਆਨ ਵਿੱਚ PhD ਦੀ ਡਿਗਰੀ ਹਾਸਲ ਕੀਤੀ ਜੀ। ਆਪਣੀ PhD ਦੀ ਡਿਗਰੀ ਪ੍ਰਾਪਤੀ ਕਰਨ ਤੋਂ ਬਾਅਦ ਬਿਮਲਾ ਭੁੱਟੀ ਭਾਰਤ ਵਾਪਸ ਆ ਗਈ। ਦਿੱਲੀ ਯੂਨੀਵਰਸਿਟੀ ਸਿੱਖਿਆ ਦਾ ਕੰਮ ਸ਼ੁਰੂ ਕੀਤਾ। 2 ਸਾਲ ਬਾਅਦ ਉਹ ਗੋਡਰਾਈਡ ਸਪੇਸ ਫਲਾਈਟ ਸੈਂਟਰ ਵਿੱਚ ਕੰਮ ਕਰਨ ਲਈ ਵਾਪਸ ਅਮਰੀਕਾ ਚਲੀ ਗਈ। 1968 ਵਿੱਚ ਬਿਮਲਾ ਭੁੱਟੀ ਭਾਰਤ ਵਾਪਸ ਆ ਗਈ ਅਤੇ ਦਿੱਲੀ ਦੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਨੌਕਰੀ ਕਰ ਲਈ। ਫਿਜ਼ਿਕਸ ਰਿਸਰਚ PRL ਦੇ ਡਾਇਰੈਕਟਰ ਵਿਕਰਮ ਸਾਰਾਭਾਈ ਨੇ ਭੁੱਟੀ ਨੂੰ PRL ਵਿੱਚ ਸ਼ਾਮਲ ਕਰਨ ਲਈ ਬੁਲਾਇਆ, ਜਿੱਥੇ ਭੁੱਟੀ ਨੇ 1970 ਤੋਂ 1993 ਤੱਕ ਐਸੋਸੀਏਟ ਪ੍ਰੋਫੈਸਰ ਅਤੇ ਸੀਨੀਅਰ ਪ੍ਰੋਫੈਸਰ ਅਤੇ ਫੈਕਲਟੀ ਦੇ ਡੀਨ ਵਜੋਂ ਸੇਵਾ ਦਿੱਤੀ। PRL ਤੇ ਭੁੱਟੀ ਨੇ ਪ੍ਰਯੋਗਾਤਮਕ ਪਲਾਜ਼ਮਾ ਫਿਜ਼ਿਕਸ ਪ੍ਰੋਗਰਾਮ ਲਈ ਇੱਕ ਨਵਾਂ ਸੈਕਸ਼ਨ ਸ਼ੁਰੂ ਕੀਤਾ। ਇਸ ਤੋਂ ਥੋੜ੍ਹੀ ਦੇਰ ਬਾਅਦ ਇਸ ਗਰੁੱਪ ਨੂੰ ਇੱਕ ਵੱਖਰੀ ਸੰਸਥਾ ਵਜੋਂ ਉਭਾਰਿਆ ਗਿਆ, ਜਿਸ ਨੂੰ ਪਰਮਾਣੂ ਊਰਜਾ ਵਿਭਾਗ ਦੇ ਸਹਾਇਕ ਕਮਿਸ਼ਨਰ ਦੇ ਅਧੀਨ ਪਲਾਜ਼ਮਾ ਖੋਜ ਸੰਸਥਾ ਵਜੋਂ ਸਥਾਪਿਤ ਕੀਤਾ। 1985 ਤੋਂ 2003 ਦੇ ਵਿਚਕਾਰ ਭੁੱਟੀ ਨੇ ਪਲਾਜ਼ਮਾ ਦੇ
ਭੌਤਿਕ ਵਿਗਿਆਨ ਦੇ ਡਾਇਰੈਕਟਰ ਵਜੋਂ ਕੰਮ ਕੀਤਾ, ਜੋ ਥਿਓਰੀਟੀਕਲ ਭੌਤਿਕ ਵਿਗਿਆਨ ਟ੍ਰਾਈਸੀਟਲੇ ਇਟਲੀ ਦੇ ਅੰਤਰਰਾਸ਼ਟਰੀ ਸੈਂਟਰ ਵਿੱਚ ਸੀ। ਬੁੱਟੀ ਨੇ ਆਪਣੇ ਕੈਰੀਅਰ ਵਿੱਚ ਬਹੁਤ ਸਾਰੇ ਖੋਜ ਪੱਤਰ ਛਾਪੇ ਅਤੇ 4 ਕਿਤਾਬਾਂ ਸਥਾਪਿਤ ਕੀਤੀਆਂ। 1992 ਤੋਂ 93 ਵਿੱਚ ਉਹਨਾਂ ਨੇ ਪਲਾਜ਼ਮਾ ਸਾਇੰਸ ਸੁਸਾਇਟੀ ਦੀ ਸਥਾਪਨਾ ਕੀਤੀ, ਇਸ ਦੇ ਪ੍ਰੈਜ਼ੀਡੈਂਟ ਵਜੋਂ ਕੰਮ ਕੀਤਾ। ਬੁੱਟੀ ਨੇ ਬਹੁਤ ਸਾਰੇ ਪੁਰਸਕਾਰ ਵੀ ਪ੍ਰਾਪਤ ਕੀਤੇ, ਜੋ ਪਲੈਨੀਅਰ ਸਾਇੰਸ ਲਈ ਵਿਕਰਮ ਸਾਰਾਭਾਈ ਅਵਾਰਡ, ਜਵਾਹਰ ਲਾਲ ਨਹਿਰੂ ਜਨਮ ਸ਼ਤਾਬਦੀ ਲੈਕਚਰਸ਼ਿਪ ਅਵਾਰਡ, ASS ਬੀਨੂ ਬਾਪੂ ਅਵਾਰਡ ਐਸਟ੍ਰੋਫਿਜ਼ਿਕਸ, ਯੂਨੀਵਰਸਿਟੀ ਆਫ ਸ਼ਿਕਾਗੋ USA ਲਈ ਪ੍ਰੋਫੈਸ਼ਨਲ ਅਚੀਵਮੈਂਟ। ਬਿਮਲਾ ਬੁੱਟੀ ਇੰਨਾ ਇੰਪੋਰਟੈਂਟ ਨਹੀਂ ਹੈ ਮੇਰੇ ਹਿਸਾਬ ਨਾਲ, ਕਿਉਂਕਿ ਇਹਨਾਂ ਨੂੰ ਨੋਬਲ ਪੁਰਸਕਾਰ ਨਹੀਂ ਮਿਲਿਆ ਹੈ। ਥੋੜ੍ਹਾ ਜਿਹਾ ਤੁਸੀਂ ਇੱਕ ਵਾਰ ਰੀਡ ਥੋੜ੍ਹਾ ਜਿਹਾ ਕਰ ਲਿਓ। ਇੱਕ ਨੰਬਰ 'ਚ ਤੁਸੀਂ 19 ਸਤੰਬਰ 1933 ਨੂੰ ਮੁਲਤਾਨ ਪੱਛਮੀ ਪੰਜਾਬ 'ਚ ਉਹਨਾਂ ਦਾ ਜਨਮ ਹੋਇਆ। ਪਿਤਾ ਦਾ ਨਾਮ ਬੋਰ ਰਾਜ ਅਤੇ ਮਾਤਾ ਦਾ ਨਾਮ ਯਮੁਨਾ ਦੇਵੀ ਸੀ। ਫਿਰ ਉਹਨਾਂ ਨੇ ਦਿੱਲੀ ਤੋਂ BS ਕੀਤੀ ਜੀ। ਫਿਰ ਫਿਜ਼ਿਕਸ ਵਿੱਚ MSc ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਚੇਰੀ ਸਿੱਖਿਆ ਲਈ ਉਹ ਸ਼ਿਕਾਗੋ ਯੂਨੀਵਰਸਿਟੀ ਅਮਰੀਕਾ ਚਲੀ ਗਈ। ਉਸਨੇ ਸੁਬਰਾਮੈਨੀਅਮ ਚੰਦਰ ਸ਼ੇਖਰ ਦੀ ਦੇਖ ਰੇਖ ਹੇਠ ਕੰਮ ਕੀਤਾ। 1962 ਵਿੱਚ ਪਲਾਜ਼ਮਾ ਦੇ ਭੌਤਿਕ ਵਿਗਿਆਨ ਵਿੱਚ PhD ਡਿਗਰੀ ਹਾਸਲ ਕੀਤੀ। ਪਹਿਲਾ ਪੈਰਾ ਹੋ ਗਿਆ। ਆਪਣੀ PhD ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਬਿਮਲਾ ਬੁੱਟੀ ਫਿਰ ਭਾਰਤ ਆ ਗਈ। ਫਿਰ ਦਿੱਲੀ ਯੂਨੀਵਰਸਿਟੀ ਵਿੱਚ ਸਿੱਖਿਆ ਦਾ ਕੰਮ ਸ਼ੁਰੂ ਕੀਤਾ। 2 ਸਾਲ ਬਾਅਦ ਉਹ ਫਿਰ ਗੋਡਰਾਈਡ ਸਪੇਸ ਫਲਾਈਟ ਦੇ ਸੈਂਟਰ ਵਿੱਚ ਕੰਮ ਕਰਨ ਵਾਪਸ ਅਮਰੀਕਾ ਚਲੀ ਗਈ। 1968 ਵਿੱਚ ਬੁੱਟੀ ਭਾਰਤ ਵਾਪਸ ਆ ਗਈ। ਦਿੱਲੀ ਦੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਨੌਕਰੀ ਕਰ ਲਈ। ਫਿਜ਼ਿਕ ਰਿਸਰਚ ਲੈਬੋਰੇਟਰੀ PRL ਦੇ ਡਾਇਰੈਕਟਰ ਵਿਕਰਮ ਸਾਰਾਭਾਈ ਨੇ ਬੁੱਟੀ ਨੂੰ PRL ਵਿੱਚ ਸ਼ਾਮਲ ਕਰਨ ਲਈ ਬੁਲਾਇਆ, ਜਿੱਥੇ ਬੁੱਟੀ ਨੇ 1970 ਤੋਂ 93 ਤੱਕ ਐਸੋਸੀਏਟ ਪ੍ਰੋਫੈਸਰ ਅਤੇ ਸੀਨੀਅਰ ਪ੍ਰੋਫੈਸਰ, ਫਿਰ ਫੈਕਲਟੀ ਦੇ ਡੀਨ ਵਜੋਂ ਸੇਵਾ ਕੀਤੀ। PRL ਤੇ ਬੁੱਟੀ ਨੇ ਪ੍ਰਯੋਗਾਤਮਕ ਪਲਾਜ਼ਮਾ ਫਿਜ਼ਿਕਸ ਪ੍ਰੋਗਰਾਮ ਲਈ ਇੱਕ ਨਵਾਂ ਸੈਕਸ਼ਨ ਸ਼ੁਰੂ ਕੀਤਾ। ਇਸ ਤੋਂ ਥੋੜ੍ਹੀ ਦੇਰ ਬਾਅਦ ਉਸਨੇ ਗਰੁੱਪ ਨੂੰ ਇੱਕ ਵੱਖਰੀ ਸੰਸਥਾ ਵਜੋਂ ਉਭਾਰਿਆ, ਜਿਸ ਨੂੰ ਪਰਮਾਣੂ ਊਰਜਾ ਵਿਭਾਗ ਦੇ ਸਹਾਇਕ ਕਮਿਸ਼ਨਰ ਦੇ ਅਧੀਨ ਪਲਾਜ਼ਮਾ ਖੋਜ ਸੰਸਥਾ ਵਜੋਂ ਸਥਾਪਿਤ ਕੀਤਾ ਗਿਆ। 1985 ਤੋਂ 2003 ਦੇ ਵਿਚਕਾਰ ਬੁੱਟੀ ਨੇ ਪਲਾਜ਼ਮਾ ਦੇ ਭੌਤਿਕ ਵਿਗਿਆਨ ਦੇ ਡਾਇਰੈਕਟਰ ਵਜੋਂ ਕੰਮ ਕੀਤਾ, ਜੋ ਥਿਓਰੀਟੀਕਲ ਭੌਤਿਕ ਵਿਗਿਆਨ ਟ੍ਰਾਈਸੀਟਲੇ ਇਟਲੀ ਦੇ ਅੰਤਰਰਾਸ਼ਟਰੀ ਸੈਂਟਰ ਵਿੱਚ ਸੀ। ਬੁੱਟੀ ਨੇ ਆਪਣੇ ਕੈਰੀਅਰ ਵਿੱਚ ਬਹੁਤ ਸਾਰੇ ਖੋਜ ਪੱਤਰ ਛਾਪੇ ਅਤੇ 4 ਕਿਤਾਬਾਂ ਸਥਾਪਿਤ ਕੀਤੀਆਂ। 1992-93 ਵਿੱਚ ਉਹਨਾਂ ਨੇ ਪਲਾਜ਼ਮਾ ਸਾਇੰਸ ਸੁਸਾਇਟੀ ਦੀ ਸਥਾਪਨਾ ਕੀਤੀ ਅਤੇ ਇਸ ਦੇ ਪ੍ਰੈਜ਼ੀਡੈਂਟ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਉਹਨਾਂ ਨੂੰ ਜੋ ਅਵਾਰਡ ਮਿਲੇ ਹਨ, ਬੁੱਟੀ ਨੇ ਬਹੁਤ ਸਾਰੇ ਪੁਰਸਕਾਰ ਮਿਲੇ। ਪਲੈਨਰੀ ਸਾਇੰਸ ਲਈ ਵਿਕਰਮ ਸਾਰਾਭਾਈ ਅਵਾਰਡ, ਜਵਾਹਰ ਲਾਲ ਨਹਿਰੂ ਜਨਮ ਸ਼ਤਾਬਦੀ ਅਵਾਰਡ, ASS ਬੀਨੂ ਬਾਪੂ ਅਵਾਰਡ ਅਤੇ ਯੂਨੀਵਰਸਿਟੀ ਆਫ ਸ਼ਿਕਾਗੋ USA ਲਈ ਪ੍ਰੋਫੈਸ਼ਨਲ ਅਚੀਵਮੈਂਟ ਮੀਟਿੰਗ ਅਵਾਰਡ। ਹਾਂਜੀ, ਇਹਦੇ ਨਾਲ ਹੀ ਆਪਣੀ ਪਹਿਲੀ ਯੂਨਿਟ ਹੀ ਖਤਮ ਹੋ ਗਈ ਹੈ। ਇਸ ਤੋਂ ਬਾਅਦ ਆਪਾਂ ਦੂਜੀ ਯੂਨਿਟ ਕਰਾਂਗੇ। ਅਤੇ ਜੇਕਰ ਤੁਸੀਂ ਪਹਿਲਾਂ ਵਾਲੀਆਂ 6 ਵੀਡੀਓ ਨਹੀਂ ਦੇਖੀਆਂ ਸਾਇੰਸ ਦੀਆਂ, ਉਹ ਦੇਖ ਲਓ। ETT ਫਸਟ ਜਾਂ ਸੈਕਿੰਡ ਈਅਰ ਦੇ ਅਗਰ ਤੁਸੀਂ ਸਟੂਡੈਂਟ ਹੋ, ਤੁਹਾਨੂੰ ਇਹ ਹਰੇਕ ਸਬਜੈਕਟ ਦੀਆਂ ਵੀਡੀਓ ਇਸ ਚੈਨਲ 'ਤੇ ਮਿਲ ਜਾਣਗੀਆਂ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ।